वाहिगुरु जी। जय सरोद की निंद उचारी, तैं की रीत सुनो सुखकारी। जय सरोद की निंद उचारी, तैं की रीत सुनो सुखकारी। सतनाम श्री वाहिगुरु साहिब जीओ। एक अदुੱਤੀ गुरु नानक देवा। ओंकार गुर अंगद पेवा। सतनाम गुर अमर प्यारी, करता रामदास निर्वारी। पुरख श्री अर्जुन सुखदानी, निरभउ हर गोबिंद वखानी। निर्वैर गुरु है श्री हर राई, अकाल मूरत हर कृष्ण ध्याई। अजूनी तेग बहादुर राई, सैभं श्री दशमेश सहाई। गुर प्रसाद ग्रंथ गुर ज्ञाना, वाहिगुरु बंदन भगवाना। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, जितने भी आप माई भाई नेमी प्रेमी दूरों नेड़ियों चल करके महापुरखां दे पावन पवित्र अस्थान अथवा गुरु बाबा जियां दे सचखंड दरबार दे विच पहुँचे हो। सब सतगुरां दे चरनां दे विच हाजरियां लवाउण दे वास्ते चित्त बिरती नूं बाहरों इकागर करन दी खेचल करो। धन धन साहिब श्री गुरु नानक देव जी महाराज जियां दी पावन पवित्र कथा चल रही है। पिछले प्रकरण दे विच असी यह विचार सरवण कीती कि जिस समय धन गुरु नानक देव जी महाराज भाई बाले मरदाने दे समेत बगदाद पहुँचते हैं तो इस शहर तो बाहर सतगुरां एक दरखत दे थल्ले ही अपना आसन लाया। इसे स्थान ते सारा दिन बतीत होया। रात पै जाती है। अमृत वेले का समा होया तो अपने नित दे नियम के अनुसार सतगुरु महाराज इशनान पान करते हैं, क्योंकि इत्थे नज़दीक ही स्वच्छ जल इशनान पान करन दे लई सी। तां जद इस तरह सतगुरु महाराज इशनान करन तो बाद अपने नियम के अनुसार कुछ क समय अपने सोए स्वरूप के ध्यान दे विच जुड़ जाते हैं। फिर नियम के अनुसार गुरबाणी का पाठ करते हैं। इन्ने समय नूं एक दस्तगीर पीर का मुरीद चल के आउंदा है। वो दस्तगीर पीर इस स्थान ते बगदाद दे विच रहण वाला सी, जिस दे विच बड़ियां करामातां ते शक्तियां भी पाईयां जांदियां सन। करामातां शक्तियां नूं रखदा होया
ਇਹ ਸਾਰੇ ਦੇਸ਼ ਦੇ ਉੱਪਰ ਹੀ ਆਪਣਾ ਹੁਕਮ ਚਲਾਉਂਦਾ ਸੀ। ਜਿੱਥੇ ਪ੍ਰਜਾ ਦੇ ਲੋਕ ਇਸ ਦਾ ਹੁਕਮ ਮੰਨਦੇ ਸਨ ਤੇ ਉੱਥੇ ਇੱਥੋਂ ਦਾ ਜੋ ਰਾਜਾ ਸੀ ਉਹ ਵੀ ਦਸਤਗੀਰ ਪੀਰ ਦਾ ਮੁਰੀਦ ਬਣਿਆ ਹੋਇਆ ਸੀ, ਉਹ ਵੀ ਆਗਿਆ ਦੇ ਵਿੱਚ ਚੱਲਦਾ ਸੀ। ਇਸ ਦਸਤਗੀਰ ਦਾ ਇੱਕ ਮੁਰੀਦ ਚੱਲ ਕੇ ਆਇਆ ਤਾਂ ਉਸ ਨੇ ਦੇਖਣਾ ਕੀਤਾ ਕਿ ਇਹ ਸਾਧੂ ਬੈਠੇ ਹਨ, ਫਕੀਰ ਬੈਠੇ ਹਨ। ਤਾਂ ਸਤਿਗੁਰੂ ਮਹਾਰਾਜ ਉਸ ਸਮੇਂ ਸ਼੍ਰੀ ਜਪਜੀ ਸਾਹਿਬ ਜੀਆਂ ਦੀਆਂ ਇਹ ਪੌੜੀਆਂ ਪੜ੍ਹ ਰਹੇ ਸਨ ਆਪਣੀ ਬੁਲੰਦ ਆਵਾਜ਼ ਦੇ ਵਿੱਚ। ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇਕ ਬਾਤ। ਸ਼੍ਰੀ ਜਪਜੀ ਸਾਹਿਬ ਜੀਆਂ ਦਾ ਪਾਠ ਪੰਕਤੀਆਂ ਇਸ ਨੂੰ ਬਹੁਤ ਸਾਰੀਆਂ ਸਮਝ ਦੇ ਵਿੱਚ ਆ ਰਹੀਆਂ ਸਨ, ਬਹੁਤ ਸਾਰੀਆਂ ਨਹੀਂ ਆ ਰਹੀਆਂ ਸਨ ਸਮਝ। ਜਦ ਇਹ ਪੰਕਤੀਆਂ ਆਈਆਂ ਤਾਂ ਉਸੇ ਸਮੇਂ ਇਸ ਮੁਰੀਦ ਨੇ ਆਪਣੇ ਮਨ ਦੇ ਵਿੱਚ ਵਿਚਾਰਿਆ ਕਿ ਇਹਨਾਂ ਪੰਕਤੀਆਂ ਦਾ ਤੇ ਅਰਥ ਇਉਂ ਬਣਦਾ ਹੈ ਕਿ ਲੱਖਾਂ ਹੀ ਆਕਾਸ਼ ਹਨ ਅਤੇ ਲੱਖਾਂ ਹੀ ਪਾਤਾਲ ਹਨ। ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ। ਇਸ ਨੇ ਮਨ ਦੇ ਵਿੱਚ ਸ਼ੰਕਾ ਕੀਤਾ ਕਿ ਦੇਖੋ, ਕੁਰਾਨ ਦੇ ਵਿੱਚ ਤੇ ਸਾਡੇ ਪੈਗੰਬਰਾਂ ਨੇ ਲਿਖਿਆ ਹੈ ਕਿ 14 ਤਬਕ ਹਨ, 14 ਜਹਾਨ ਹਨ, ਉਹਨਾਂ ਤੋਂ ਪਰੇ ਕੁਝ ਵੀ ਨਹੀਂ ਹੈ। ਪਰ ਇਹ ਕੁਰਾਨ ਦੇ ਉਲਟ ਬੋਲ ਰਹੇ ਹਨ, ਇਹ ਤੇ ਝੂਠ ਬੋਲ ਰਹੇ ਹਨ, ਕੁਫਰ ਤੋਲ ਰਹੇ ਹਨ ਕਿ ਲੱਖਾਂ ਹੀ ਆਕਾਸ਼ ਹਨ ਅਤੇ ਲੱਖਾਂ ਹੀ ਪਾਤਾਲ ਹਨ। ਤਾਂ ਸਤਿਗੁਰਾਂ ਦੇ ਨਜ਼ਦੀਕ ਆਇਆ ਤੇ ਇੰਨੇ ਸਮੇਂ ਨੂੰ ਪਹਿਲੇ ਤੇ ਦੂਰ ਖੜਾ ਸੁਣਦਾ ਰਿਹਾ, ਫਿਰ ਨੇੜ ਆਇਆ ਤਾਂ ਭਾਈ ਮਰਦਾਨਾ ਆਪਣੇ ਨਿਤ ਦੇ ਨਿਯਮ ਦੇ ਅਨੁਸਾਰ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੰਦਾ ਹੈ। ਤਾਂ ਇਹ ਦਸਤਗੀਰ ਦਾ ਮੁਰੀਦ ਇਹ ਸੁਣ ਕੇ ਹੋਰ ਵੀ ਹੈਰਾਨ ਹੋਇਆ ਕਿ ਦੇਖੋ, ਸਾਡੇ ਪੀਰ ਜੀਆਂ ਨੇ ਤੇ ਸਾਰੇ ਦੇਸ਼ ਦੇ ਵਿੱਚ ਇਹ ਐਲਾਨ ਕੀਤਾ ਹੋਇਆ ਹੈ ਕਿ ਕੋਈ ਵੀ ਸਰੋਤ ਨਾ ਕਰੇ, ਕੋਈ ਸੰਗੀਤ ਨਾ ਵਜਾਵੇ। ਇਹਨਾਂ ਨੇ ਸੰਗੀਤ ਵੀ ਸ਼ੁਰੂ ਕਰ ਰੱਖਿਆ ਹੈ ਅਤੇ ਕੁਰਾਨ ਤੋਂ ਉਲਟ ਇਹ ਵੀ ਬੋਲ ਰਹੇ ਹਨ, ਕਹਿ ਰਹੇ ਹਨ ਕਿ ਲੱਖਾਂ ਆਕਾਸ਼ ਹਨ, ਲੱਖਾਂ ਪਾਤਾਲ ਹਨ। ਤਾਂ ਜਾ ਕੇ ਆਪਣੇ ਪੀਰ ਜੀਆਂ ਦੇ ਪਾਸ ਸਾਰਾ ਕੁਝ ਦੱਸ ਦਿੰਦਾ ਹੈ ਕਿ ਬਾਹਰ ਕੋਈ ਫਕੀਰ ਆਏ ਹਨ, ਦੇਖਣ ਨੂੰ ਤੇ ਫਕੀਰ ਲੱਗਦੇ ਹਨ, ਪਰ ਉਹਨਾਂ ਦੀ ਕਰਨੀ ਮੈਨੂੰ ਫਕੀਰਾਂ ਵਾਲੀ ਨਹੀਂ ਲੱਗਦੀ, ਕਿਉਂਕਿ ਉਹ ਆਪਣੀ ਰਸਨਾ ਤੋਂ ਝੂਠ ਬੋਲ ਰਹੇ ਹਨ, ਕੁਰਾਨ ਸ਼ਰੀਫ ਦੇ ਉਲਟ ਬੋਲ ਰਹੇ ਹਨ। ਕੁਰਾਨ ਦੇ ਵਿੱਚ ਤੇ ਲਿਖਿਆ ਹੈ ਕਿ 14 ਤਬਕ ਹਨ, ਇੰਨੇ ਹੀ ਤੁਸੀਂ ਆਪ ਸੁਣਾਏ ਹਨ, ਤੇ ਉਹ ਆਪਣੀ ਰਸਨਾ ਤੋਂ ਬੋਲ ਰਹੇ ਹਨ। ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇਕ ਬਾਤ। ਉਹ ਇਹ ਕਹਿ ਰਹੇ ਹਨ ਕਿ ਲੱਖਾਂ ਹੀ ਆਕਾਸ਼ ਹਨ, ਲੱਖਾਂ ਹੀ ਪਾਤਾਲ ਹਨ। ਫਿਰ ਇੱਥੇ ਹੀ ਬਸ ਨਹੀਂ, ਅੱਗੇ ਹੋਰ ਵੀ ਹਨ ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਕ੍ਰੋਧ ਦੇ ਵਿੱਚ ਆਏ ਹੋਏ ਉਸ ਪੀਰ ਦੇ ਮੁਰੀਦ ਨੇ ਜਦ ਇਸ ਤਰ੍ਹਾਂ ਕਿਹਾ, ਕਹਿਣ ਲੱਗਿਆ ਫਿਰ ਹੋਰ ਸੁਣੋ ਕਿ ਉਹਨਾਂ ਨੇ ਸੰਗੀਤ ਸ਼ੁਰੂ ਕੀਤਾ, ਰਾਗ ਸ਼ੁਰੂ ਕੀਤਾ ਹੋਇਆ ਹੈ, ਜਿਸ ਰਾਗ ਦੀ ਤੁਸੀਂ ਮਨਾਹੀ ਕੀਤੀ ਹੈ ਕਿ ਦੇਸ਼ ਦੇ ਵਿੱਚ ਕਿਤੇ ਵੀ ਵਜਾਇਆ ਨਾ ਜਾਵੇ, ਇਹ ਮਨ ਨੂੰ ਚੰਚਲ ਕਰਦਾ ਹੈ। ਜੇ ਤੁਹਾਡੇ ਨੇੜੇ ਹੋਣ ਵਾਲੇ ਹਜ਼ੂਰੀ ਦੇ ਵਿੱਚ ਹੀ ਤੁਹਾਡੇ ਹੁਕਮ ਦੀ ਉਲੰਘਣਾ ਕਰਨਗੇ, ਤੁਹਾਡਾ ਹੁਕਮ ਭੰਗ ਕਰਨਗੇ, ਤੇ ਫਿਰ ਦੂਰ ਵਾਲਿਆਂ ਨੇ ਕਿੱਥੇ ਮੰਨਣਾ ਹੈ। ਇਹੋ ਤਾਂ ਕਹਿਣ ਲੱਗਿਆ ਤੁਹਾਡਾ ਤੇਜ ਪ੍ਰਤਾਪ ਇਹ ਸਾਰਾ ਹੌਲੀ ਹੌਲੀ ਖਤਮ ਹੋ ਜਾਵੇਗਾ, ਘਟਦਾ ਘਟਦਾ ਘਟ ਜਾਵੇਗਾ ਜੇ ਇਹਨਾਂ ਨੂੰ ਸਜ਼ਾ ਨਾ ਦਿੱਤੀ ਗਈ। ਤਾਂ ਪੀਰ ਦਸਤਗੀਰ ਸੁਣ ਕੇ ਉਹ ਵੀ ਬੜੇ ਕ੍ਰੋਧ ਦੇ ਵਿੱਚ ਆ ਜਾਂਦਾ ਹੈ। ਕ੍ਰੋਧਵਾਨ ਹੋ ਕੇ ਆਪਣੇ ਵੱਲੋਂ ਇਹ ਹੁਕਮ ਦੇ ਦਿੰਦਾ ਹੈ ਕਿ ਜਿਹੜਾ ਫਕੀਰ ਇਸ ਸਥਾਨ 'ਤੇ ਆਇਆ ਹੈ ਨਾ, ਝੂਠ ਬੋਲ ਰਿਹਾ ਹੈ, ਕੁਫਰ ਤੋਲ ਰਿਹਾ ਹੈ, ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਤਾਂ ਸਜ਼ਾ ਕੀ ਦਿੱਤੀ? ਕਹਿਣ ਲੱਗੇ ਕਿ ਉਸ ਨੂੰ ਸੰਗਸਾਰ ਦੀ ਸਜ਼ਾ ਦਿੱਤੀ ਜਾਵੇਗੀ। ਜੋ ਸਜ਼ਾ ਉਹਨਾਂ ਸਮਿਆਂ ਦੇ ਵਿੱਚ ਇਹ ਸੀ ਕਿ ਕਿਸੇ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ, ਖਤਮ ਕਰ ਦੇਣਾ, ਇਹ ਸੰਗਸਾਰ ਨਾਮ ਦੀ ਸਜ਼ਾ ਕਹੀ ਜਾਂਦੀ ਸੀ। ਤਾਂ ਸਾਰੇ ਸ਼ਹਿਰ ਦੇ ਵਿੱਚ ਉਸਨੇ ਹੁਕਮ ਦੇ ਦਿੱਤਾ ਕਿ ਸਾਰੇ ਸ਼ਹਿਰ ਵਾਸੀ ਜਾਓ, ਇਕੱਠੇ ਹੋ ਕੇ
ਉਸ ਫਕੀਰ ਦੇ ਉੱਪਰ ਜਾ ਕੇ ਪੱਥਰ ਵਰਸਾਓ ਅਤੇ ਖਤਮ ਕਰ ਦੇਵੋ। ਇਹਦੀ ਆਗਿਆ ਨੂੰ ਪਾ ਕੇ ਸਾਰੇ ਇਸ ਦੇ ਮੁਰੀਦ ਅਤੇ ਹੋਰ ਜਿੰਨੇ ਵੀ ਲੋਕ ਸਨ, ਸ਼ਹਿਰ ਵਾਸੀ ਸਾਰੇ ਇਕੱਠੇ ਹੋ ਜਾਂਦੇ ਹਨ। ਸਭ ਨੇ ਆਪੋ ਆਪਣੇ ਹੱਥਾਂ ਦੇ ਵਿੱਚ ਪੱਥਰ ਪਕੜੇ ਹੋਏ ਹਨ। ਪਹਿਲੇ ਪੀਰ ਦੇ ਪਾਸ ਇਕੱਠੇ ਹੋਏ, ਫਿਰ ਜਦ ਇੱਥੋਂ ਚੱਲਦੇ ਹਨ ਇਕੱਠੇ ਹੋ ਕੇ, ਹੱਥਾਂ ਦੇ ਵਿੱਚ ਇਹਨਾਂ ਨੇ ਪੱਥਰ ਪਕੜੇ ਹੋਏ ਹਨ ਮਾਰਨ ਦੇ ਵਾਸਤੇ। ਬੜਾ ਰੌਲਾ ਗੌਲਾ ਕੀਤਾ ਚੱਲਣ ਲੱਗਿਆਂ ਨੇ। ਉਧਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਫਿਰ ਇਹ ਸਭ ਕੁਝ ਜਾਣ ਕੇ ਇੱਕ ਬਾਂਗ ਆਪਣੇ ਵੱਲੋਂ ਆਪਣੇ ਅਨੁਸਾਰ ਦਿੱਤੀ, ਜੋ ਬਾਂਗ ਮੁਸਲਮਾਨੀ ਧਰਮ ਦੇ ਅਨੁਸਾਰ ਨਹੀਂ ਸੀ, ਜਿਸ ਦੇ ਵਿੱਚ ਭਾਵੇਂ ਸਤਿਗੁਰਾਂ ਨੇ ਬਾਂਗ ਇਸੇ ਤਰ੍ਹਾਂ ਦੀ ਦਿੱਤੀ ਜਿਸ ਤਰ੍ਹਾਂ ਮੁਸਲਮਾਨ ਵੀਰ ਲੰਮੀ ਹੇਕ ਲਾ ਕੇ ਉੱਚੀ ਬੋਲਦੇ ਹਨ, ਤੇ ਸਤਿਗੁਰਾਂ ਨੇ ਇਹ ਉਚਾਰਨ ਕੀਤਾ, ਗੁਰ ਬਰ ਅਕਾਲ ਸਤਿ ਸ਼੍ਰੀ ਅਕਾਲ, ਚਿਤ ਚਰਨ ਨਾਮ ਘਰ ਘਰ ਪ੍ਰਣਾਮ। ਇਸ ਤਰ੍ਹਾਂ ਦੇ ਨਾਲ ਸਤਿਗੁਰਾਂ ਦੇ ਬਚਨ ਸਨ। ਤਾਂ ਜਦ ਇਹ ਬਚਨ ਹੋਏ ਤੇ ਉਹ ਸਾਰੀ ਨਗਰੀ ਦੇ ਉੱਪਰ ਹੀ ਐਸਾ ਅਸਰ ਪਿਆ ਕਿ ਸਾਰੀ ਨਗਰੀ ਸੁੰਨ ਮੁੰਨ ਹੋ ਜਾਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਇੱਕ ਬਾਬਾ ਅਕਾਲ ਰੂਪ ਕਿ ਅਕਾਲ ਪੁਰਖ ਦਾ ਹੀ ਸਰੂਪ ਹੈ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਵਾਂਗ ਨਿਮਾਜ ਕਰ, ਸੁਨ ਸਮਾਨ ਹੋਆ ਜਹਾਨਾ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਸਤਿਗੁਰਾਂ ਦੇ ਇਹ ਵਾਂਗ ਦੇਣ ਦੇ ਨਾਲ ਸਾਰੀ ਨਗਰੀ ਸੁੰਨ ਮੁੰਨ ਹੋ ਜਾਂਦੀ ਹੈ। ਸੁੰਨ ਮੁੰਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਪੀਰ ਵੀ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਐਡੀ ਕਰਾਮਾਤ, ਐਡੀ ਸ਼ਕਤੀ ਨੂੰ ਰੱਖਣ ਵਾਲੇ ਹਨ, ਜਿਨ੍ਹਾਂ ਨੇ ਇੱਕੋ ਵਾਂਗ ਦੇ ਕੇ ਤੇ ਸਭ ਕੁਝ ਸੁੰਨ ਮੁੰਨ ਕਰ ਦਿੱਤਾ ਹੈ। ਤਾਂ ਇਸ ਤਰ੍ਹਾਂ ਦੇ ਨਾਲ ਜਦ ਦਸਤਗੀਰ ਪੀਰ ਦੇਖਦਾ ਹੈ, ਦੇਖਿਆ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਤੇ ਇਸ ਤਰ੍ਹਾਂ ਦੇ ਨਾਲ ਜਦ ਦੇਖਦਾ ਹੈ ਕਿ ਇੱਕ ਰੱਬ ਦਾ ਫਕੀਰ ਇਸ ਤਰ੍ਹਾਂ ਇੰਨੀ ਕਰਾਮਾਤ ਰੱਖਣ ਵਾਲਾ ਹੈ, ਫਿਰ ਇਹਦੇ ਮਨ ਦੇ ਵਿੱਚ ਵੀ ਆਪਣੀਆਂ ਕਰਾਮਾਤਾਂ ਦਾ ਮਾਣ ਸੀ, ਹੰਕਾਰ ਸੀ। ਇਹ ਚੱਲ ਪੈਂਦਾ ਹੈ ਕਿ ਮੈਂ ਉਹਨਾਂ ਦੀ ਕਰਾਮਾਤ ਦੇਖਦਾ ਹਾਂ। ਤਾਂ ਜਦ ਉੱਥੇ ਪਹੁੰਚਦਾ ਹੈ, ਇੱਕ ਵਾਰ ਤੇ ਇਹਨਾਂ ਦੀ ਜੜਤਾ ਦੂਰ ਕਰ ਦਿੱਤੀ। ਹੰਕਾਰ ਦੇ ਨਾਲ ਅੱਗੇ ਚਲਿਆ, ਕਹਿੰਦਾ ਹੈ ਕਿ ਮੈਂ ਜਦ ਇਸ਼ਾਰਾ ਕਰਾਂਗਾ ਤੇ ਸਾਰਿਆਂ ਨੇ ਪੱਥਰ ਵਰਸਾਉਣੇ ਸ਼ੁਰੂ ਕਰ ਦੇਣੇ ਹੈ। ਜਦ ਕੋਲ ਚਲੇ ਜਾਂਦੇ ਹੈ, ਗੁਰੂ ਬਾਬਾ ਜੀਆਂ ਦੇ ਚਾਰੇ ਪਾਸੇ ਬੇਅੰਤ ਲੋਕਾਂ ਦਾ ਇਕੱਠ ਹੈ। ਸਭਨਾਂ ਦੇ ਹੱਥਾਂ ਦੇ ਵਿੱਚ ਪੱਥਰ ਪਕੜੇ ਹੋਏ ਆ ਮਾਰਨ ਦੇ ਲਈ। ਤਾਂ ਜਦ ਇਹ ਇਸ਼ਾਰਾ ਕਰਦਾ ਹੈ ਦਸਤਗੀਰ, ਤੇ ਉਹਨਾਂ ਨੇ ਪੱਥਰ ਮਾਰਨ ਦੇ ਵਾਸਤੇ ਆਪਣੀਆਂ ਬਾਹਾਂ ਉਸਾਰੀਆਂ, ਉਠਾਈਆਂ, ਤੇ ਉਸੇ ਸਮੇਂ ਸਤਿਗੁਰੂ ਹੁੰਗਾਰਾ ਦਿੰਦੇ ਹਨ, ਹੋਂ ਦੀ ਆਵਾਜ਼ ਕਰਦੇ ਹਨ। ਬਸ ਇੰਨੇ ਕਰਨ ਦੇ ਨਾਲ ਕੀ ਹੋਇਆ ਕਿ ਇਹ ਜਿੰਨੇ ਵੀ ਪੱਥਰ ਮਾਰਨ ਵਾਲੇ ਸਨ, ਸਾਰੇ ਦੇ ਸਾਰੇ ਜੜਤ ਹੋ ਜਾਂਦੇ ਹਨ। ਜਿੱਥੇ ਜਿੱਥੇ ਕਿਸੇ ਦੇ ਹੱਥ ਪੈਰ ਸੀ, ਉੱਥੇ ਉੱਥੇ ਹੀ ਖੜ ਜਾਂਦੇ ਹਨ। ਕਿਸੇ ਨੇ ਹੱਥ ਬਾਹਾਂ ਉਠਾਈਆਂ ਸਨ, ਹੱਥਾਂ ਦੇ ਵਿੱਚ ਪੱਥਰ ਸਨ, ਉੱਥੇ ਹੀ ਇਉਂ ਖੜ ਜਾਂਦੇ ਹਨ ਜਿਵੇਂ ਪੱਥਰ ਦੇ ਬੁੱਤ ਬਣਾ ਕੇ ਖੜਾਏ ਹੋਣ। ਪੀਰ ਨੇ ਆਪਣੀ ਸ਼ਕਤੀ ਕਰਾਮਾਤ ਲਾਉਣੀ ਸ਼ੁਰੂ ਕੀਤੀ। ਇਸ ਦੀ ਕਰਾਮਾਤ ਸ਼ਕਤੀ ਦਾ ਕੋਈ ਵੀ ਬਲ ਨਹੀਂ ਚੱਲਿਆ। ਬੜਾ ਇਸ ਨੇ ਮੱਥਾ ਮਾਰਿਆ, ਬਾਰ-ਬਾਰ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ, ਪਰ ਕਿਸੇ ਵੀ ਤਰ੍ਹਾਂ ਇਹਨਾਂ ਦੀ ਜੜਤਾ ਨੂੰ ਦੂਰ ਨਹੀਂ ਕਰ ਸਕਿਆ। ਤਾਂ ਆਖਰਕਾਰ ਜਦ ਥੱਕ ਹਾਰ ਜਾਂਦਾ ਹੈ, ਇਹ ਸੋਚਦਾ ਹੈ ਕਿ ਜਿਸ ਫਕੀਰ ਦੇ ਅੱਗੇ ਮੈਂ ਆਪਣੀ ਸ਼ਕਤੀ ਜ਼ਾਹਰ ਕਰਦਾ ਹਾਂ, ਇਹ ਤਾਂ ਬਹੁਤ ਵੱਡੀ ਤਾਕਤ ਨੂੰ, ਸ਼ਕਤੀ ਨੂੰ ਰੱਖਣ ਵਾਲੇ ਪੀਰ ਹਨ। ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਆਤਾਈ। ਉਹ ਸੋਚਦਾ ਹੈ ਕਿ ਇਹ ਤਾਂ ਵੱਡੀਆਂ ਸ਼ਕਤੀਆਂ ਵਾਲਾ ਹੈ। ਫਿਰ ਮਨ ਦੇ ਵਿੱਚ ਇਹ ਤੇ ਮਾਣ ਦੂਰ ਹੋਇਆ ਕਿ ਮੇਰੀਆਂ ਸ਼ਕਤੀਆਂ ਇਹਨਾਂ ਦੇ ਅੱਗੇ ਕੁਝ ਵੀ ਨਹੀਂ ਹਨ। ਤੇ ਫਿਰ ਇਸ ਦੇ ਮਨ ਦਾ ਇਹ ਵੀ ਬੜਾ ਭਾਰੀ ਮਾਣ ਸੀ ਕਿ ਮੈਂ ਬੜਾ ਪੜ੍ਹਿਆ ਲਿਖਿਆ, ਬੜਾ ਵਿਦਵਾਨ ਹਾਂ। ਮੈਂ ਆਪਣੀ ਵਿੱਦਿਆ ਦੇ ਬਲ ਦੇ ਨਾਲ ਇਹਨਾਂ ਨੂੰ ਹਰਾ ਦੇਵਾਂਗਾ, ਇਹਨਾਂ ਨੂੰ ਝੁਕਾ ਦੇਵਾਂਗਾ।
ਔਰ ਇਹਨਾਂ ਨੂੰ ਹਰਾ ਕੇ ਇਹਨਾਂ ਨੂੰ ਕਹਾਂਗਾ ਕਿ ਜਾਂ ਤੇ ਤੁਸੀਂ ਇਸ ਬਗਦਾਦ ਸ਼ਹਿਰ ਨੂੰ, ਇਸ ਦੇਸ਼ ਨੂੰ ਹੀ ਛੱਡ ਕੇ ਚਲੇ ਜਾਓ, ਤੇ ਜਾਂ ਫਿਰ ਸਾਡੇ ਹੁਕਮ ਦੇ ਅਨੁਸਾਰ ਤੁਸੀਂ ਇਉਂ ਚੱਲਣਾ ਹੋਵੇਗਾ। ਤਾਂ ਫਿਰ ਜਦ ਉਹਨਾਂ ਦੀ ਜੜਤਾ ਨਾ ਦੂਰ ਕਰ ਸਕਿਆ, ਗੁਰੂ ਬਾਬਾ ਜੀਆਂ ਦੇ ਪਾਸ ਜਾ ਕੇ, ਨੇੜੇ ਜਾ ਕੇ ਬੈਠ ਜਾਂਦਾ ਹੈ ਅਤੇ ਪੁੱਛਣ ਲੱਗਦਾ ਹੈ, ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਆਤਾਈ। ਤਾਂ ਤੁਸੀਂ ਕਹਿਣ ਲੱਗਿਆ, ਇੱਥੇ ਆ ਕੇ ਬਹੁਤ ਵੱਡੀ ਕਰਾਮਾਤ ਸ਼ਕਤੀ ਦਿਖਾਈ ਹੈ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਜਹ ਸਰੋਦ ਕੀ ਨਿੰਦ ਉਚਾਰੀ। ਤਾਂ ਜਦ ਪੀਰ ਦਸਤਗੀਰ ਨੇ ਇਹ ਆਪਣੇ ਵੱਲੋਂ ਕਿਹਾ ਕਿ ਦੇਖੋ ਜੀ, ਤੁਸੀਂ ਇਸ ਅਸਥਾਨ 'ਤੇ ਆ ਕੇ ਭਾਵੇਂ ਬਹੁਤ ਵੱਡੀ ਕਰਾਮਾਤ ਸ਼ਕਤੀ ਨੂੰ ਦਿਖਾਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਆਤਾਈ। ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਸਤਿਗੁਰਾਂ ਨੂੰ ਕਹਿੰਦਾ, ਤੁਸੀਂ ਬਗਦਾਦ ਸ਼ਹਿਰ ਆ ਕੇ ਬਹੁਤ ਵੱਡੀ ਕਰਾਮਾਤ ਸ਼ਕਤੀ ਦਿਖਾਈ ਹੈ। ਪਾਤਾਲਾਂ ਆਕਾਸ਼ ਲੱਖ, ਓੜਕ ਭਾਲੀ ਖਬਰ ਸੁਣਾਈ। ਫਿਰ ਤੁਸੀਂ ਇਹ ਪੰਕਤੀਆਂ ਉਚਾਰ ਕੇ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਤੁਸੀਂ ਲੱਖਾਂ ਅਤੇ ਆਕਾਸ਼ਾਂ ਅਤੇ ਲੱਖਾਂ ਪਾਤਾਲਾਂ ਦੀ ਖਬਰ ਸੁਣਾਈ ਹੈ। ਪਾਤਾਲਾਂ ਆਕਾਸ਼ ਲੱਖ, ਓੜਕ ਭਾਲੇ ਖਬਰ ਸੁਣਾਈ। ਫਿਰ ਕਹਿਣ ਲੱਗਿਆ, ਤੁਸੀਂ ਇੱਥੇ ਰਾਗ ਸ਼ੁਰੂ ਕੀਤਾ ਹੈ। ਸਾਡੇ ਤੇ ਕੁਰਾਨ ਸ਼ਰੀਫ ਦੇ ਵਿੱਚ ਤੇ ਇਹ ਲਿਖਿਆ ਹੋਇਆ ਪੈਗੰਬਰਾਂ ਦਾ ਕਿ 14 ਤਬਕ ਹਨ, 14 ਤੋਂ ਅੱਗੇ ਕੁਝ ਵੀ ਨਹੀਂ ਹੈ। ਤੇ ਤੁਸੀਂ ਆਪਣੀ ਰਸਨਾ ਤੋਂ ਜ਼ਬਾਨ ਤੋਂ ਝੂਠ ਬੋਲ ਰਹੇ ਹੋ ਕਿ ਲੱਖਾਂ ਹੀ ਆਕਾਸ਼ ਹਨ ਅਤੇ ਲੱਖਾਂ ਹੀ ਪਾਤਾਲ ਹਨ। ਫਿਰ ਤੁਸੀਂ ਇਹ ਰਾਗ ਸ਼ੁਰੂ ਕੀਤਾ ਹੋਇਆ ਜੋ ਸਾਡੇ ਇਸ ਬਗਦਾਦ ਸ਼ਹਿਰ ਅਤੇ ਸਾਰੇ ਦੇਸ਼ ਦੇ ਵਿੱਚ ਹੀ ਮਨਾਹੀ ਕੀਤੀ ਹੋਈ ਹੈ ਕਿ ਕਿਤੇ ਵੀ ਕੋਈ ਸੰਗੀਤ ਨਾ ਵਜਾਵੇ, ਰਾਗ ਨਾ ਵਜਾਵੇ। ਇਹ ਮਨ ਨੂੰ ਚੰਚਲ ਕਰਦਾ ਹੈ। ਤੁਸੀਂ ਸਾਡੇ ਇਸ ਹੁਕਮ ਦੀ ਵੀ ਪਾਲਣਾ ਨਹੀਂ ਕੀਤੀ। ਇਸ ਅਸਥਾਨ 'ਤੇ ਕਿਵੇਂ ਰਾਗ ਆਰੰਭ ਕਰ ਦਿੱਤਾ? ਤੈਂ ਕੀ ਰੀਤ ਸੁਨੋ ਸੁਖਕਾਰੀ। ਜਦ ਉਸਨੇ ਇਸ ਤਰ੍ਹਾਂ ਦੇ ਨਾਲ ਸਤਿਗੁਰਾਂ ਨੂੰ ਸਵਾਲ ਕੀਤੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਕਿ ਦਸਤਗੀਰ, ਪਹਿਲੇ ਤੇ ਤੈਨੂੰ ਅਸੀਂ ਸੰਗੀਤ ਦੇ ਬਾਰੇ ਹੀ ਦੱਸਦੇ ਹਾਂ। ਜੋ ਤੂੰ ਸ਼ੰਕਾ ਕਰਦਾ ਹੈ ਨਾ ਕਿ ਰਾਗ ਆਰੰਭ ਕੀਤਾ ਹੋਇਆ ਹੈ, ਇਸ ਦੇ ਪ੍ਰਥਾਏ ਸੁਣਨਾ ਕਰ। ਸ੍ਰੀ ਕਰਤਾਰ ਸਿਪਦ ਮੈਂ ਗਾਵੇਂ। ਸਤਿਗੁਰੂ ਬਚਨ ਕਰਦੇ ਹਨ, ਦਸਤਗੀਰ, ਜਿਹੜਾ ਰਾਗ, ਜਿਹੜਾ ਸੰਗੀਤ ਉਸ ਕਰਤਾਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦੇ ਵਿੱਚ ਵਜਾਇਆ ਜਾਵੇ। ਬਸ ਜਹ ਮਨ ਬਹੁਰ ਕਮਾਵੇ। ਤੇ ਕਰਤਾਰ ਦੀ ਸਿਫਤ ਦੇ ਵਿੱਚ ਰਾਗ ਵਜਾਇਆ ਜਾਵੇ। ਤੇ ਫੇਰ ਕਹਿਣ ਲੱਗੇ, ਉਹ ਕਰਤਾਰ ਦੀ ਯਾਦ ਹਿਰਦੇ ਦੇ ਵਿੱਚ ਵਸ ਜਾਂਦੀ ਹੈ। ਉਹ ਨਿਰੰਕਾਰ, ਉਹ ਅੱਲਾਹ ਤਾਲਾ, ਉਹ ਹਿਰਦੇ ਦੇ ਵਿੱਚ ਆਣ ਬਸਦਾ ਹੈ। ਸੁਨਹਿ ਰਾਗ ਰਸ ਲੇਵਨ ਕਾਰਨ। ਤੇ ਫੇਰ ਕਹਿਣ ਲੱਗੇ, ਜੇ ਕਰਤਾਰ ਦੀ ਨਿਰੰਕਾਰ ਦੀ ਸਿਫਤ ਰਾਗ ਦੇ ਵਿੱਚ ਗਾਈ ਜਾਏ, ਸ਼ਬਦ ਦੇ ਵਿੱਚ ਗਾਈ ਜਾਵੇ, ਸੰਗੀਤ ਵਜਾਇਆ ਜਾਵੇ, ਤੇ ਬਹੁਤ ਹੀ ਛੇਤੀ ਹਿਰਦੇ ਦੇ ਉੱਪਰ ਅਸਰ ਹੁੰਦਾ ਹੈ। ਵੱਡੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਜੀਆਂ ਨੇ ਆਪਣੇ ਜੀਵਨ ਦੇ ਵਿੱਚੋਂ 50 ਸਾਲ 50 ਵਰਸ ਗੁਰਬਾਣੀ ਦੇ ਕੀਰਤਨ ਦੀਵਾਨ ਸਜਾਏ। ਜਦ ਮਹਾਂਪੁਰਖਾਂ ਦੇ ਦੀਵਾਨ ਸਜਾਏ ਜਾਂਦੇ ਸਨ ਤੇ ਦੀਵਾਨਾਂ ਦੇ ਵਿੱਚ ਲੱਖਾਂ ਲੱਖਾਂ ਸੰਗਤਾਂ ਦਾ ਇਕੱਠ ਹੁੰਦਾ ਸੀ। ਜੋ ਵੀ ਦੀਵਾਨ ਦੇ ਵਿੱਚ ਚੱਲ ਕੇ ਆ ਜਾਂਦਾ ਤੇ ਇਹੋ ਜਿਹੇ ਮਿੱਠੇ ਅੰਮ੍ਰਿਤਮਈ ਬਚਨ ਸੰਤ ਜੀ ਮਹਾਰਾਜ ਜੀਆਂ ਤੋਂ ਹੀ ਰਸਨਾ ਤੋਂ ਸੁਣ ਕੇ ਸੁਣਨ ਵਾਲਿਆਂ ਦੇ ਹਿਰਦੇ ਬੜੇ ਦਰਵੀਭੂਤ ਹੋ ਜਾਂਦੇ ਸਨ ਅਤੇ ਦੇਸ਼ ਕਾਲ ਵਸਤੂ ਦਾ ਅਭਾਵ ਹੋ ਜਾਂਦਾ ਸੀ। ਉਹ ਦੇਸ਼ ਕਾਲ ਵਸਤੂ ਦਾ ਅਭਾਵ ਕਿਵੇਂ ਹੋ ਜਾਂਦਾ ਸੀ, ਇਹ ਵੀ ਬਚਨ ਸੰਤ ਜੀ ਮਹਾਰਾਜ ਆਪਣੇ ਦੀਵਾਨਾਂ ਦੇ ਵਿੱਚ ਹੀ ਦੱਸਦੇ ਹਨ ਕਿ ਜਦ ਬੰਦਗੀ ਕਰਨ ਵਾਲੇ ਨੂੰ ਦੇਸ਼ ਕਾਲ ਵਸਤੂ ਦਾ ਅਭਾਵ ਹੋਏ, ਉਹਦਾ ਮਤਲਬ ਹੁੰਦਾ ਹੈ ਕਿ ਉਹ ਭੁੱਲ ਜਾਂਦਾ ਹੈ
ਨਿਰੰਕਾਰ ਦੇ ਵਿੱਚ, ਚਰਨਾਂ ਦੇ ਵਿੱਚ ਉਸ ਦਾ ਮਨ ਇੰਨਾ ਜੁੜ ਜਾਂਦਾ ਹੈ ਕਿ ਉਹ ਦੁਨੀਆ ਨੂੰ ਹੀ ਭੁੱਲ ਜਾਂਦਾ ਹੈ। ਦੇਸ਼ ਕਹੀਏ ਕਿ ਉਸ ਦੇ ਮਨ ਦੇ ਵਿੱਚ ਇਹ ਖਿਆਲ ਹੀ ਨਹੀਂ ਰਹਿੰਦਾ ਕਿ ਮੈਂ ਕਿਹੜੇ ਦੇਸ਼ ਦੇ ਵਿੱਚ ਬੈਠਾ ਹਾਂ, ਕਿੱਥੇ ਬੈਠਾ ਹਾਂ। ਮਤਲਬ ਕਾਲ ਕਹੀਏ ਕਿ ਕਿੰਨਾ ਸਮਾਂ ਹੋ ਗਿਆ ਬੈਠਿਆਂ ਨੂੰ, ਕਿੰਨਾ ਟਾਈਮ ਹੋ ਗਿਆ ਬੈਠਿਆਂ ਨੂੰ, ਉਹ ਭੁੱਲ ਜਾਂਦਾ ਹੈ। ਵਸਤੂ ਕਿ ਮੇਰੇ ਪਾਸ ਕਿਹੜੀ ਕਿਹੜੀ ਵਸਤੂ ਪਈ ਹੈ ਜਾਂ ਕੌਣ ਕੌਣ ਬੈਠਾ ਹੈ, ਸਭ ਕੁਝ ਭੁੱਲ ਕੇ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤੀ ਬਿਰਤੀ ਕਰਕੇ ਪਹੁੰਚ ਜਾਂਦਾ ਹੈ। ਵੱਡੇ ਸੰਤ ਜੀ ਮਹਾਰਾਜ ਜੀਆਂ ਦਾ ਦੀਵਾਨ ਸੁਣਨ ਵਾਲੇ, ਭਾਵੇਂ ਉਹ ਰੋਜ਼ ਦੇ ਆਉਣ ਵਾਲੇ ਹੋਣ, ਭਾਵੇਂ ਨਵੇਂ ਪ੍ਰੇਮੀ ਆਉਣ ਵਾਲੇ ਹੋਣ, ਇੱਕ ਵਾਰ ਸੰਤ ਜੀ ਮਹਾਰਾਜ ਜੀਆਂ ਦੀ ਰਸਨਾ ਤੋਂ ਕੀਰਤਨ ਸੁਣਦੇ, ਦੀਵਾਨ ਸੁਣਦੇ ਤੇ ਐਸੀ ਮਸਤੀ, ਐਸੀ ਖੁਮਾਰੀ ਪੈਦਾ ਹੁੰਦੀ ਕਿ ਉਹ ਦੇਸ਼ ਕਾਲ ਵਸਤੂ ਭੁੱਲ ਜਾਂਦੇ। ਜਿਨ੍ਹਾਂ ਨੇ ਵੀ ਸੰਤ ਜੀ ਮਹਾਰਾਜ ਜੀਆਂ ਦੇ ਦੀਵਾਨਾਂ ਦੀ ਹਾਜ਼ਰੀ ਭਰੀ, ਉਹਨਾਂ ਤੋਂ ਹੀ ਜੇਕਰ ਪੁੱਛਿਆ ਜਾਵੇ ਤੇ ਸਭ ਹੀ ਇਹ ਕੁਝ ਦੱਸਦੇ ਹਨ। ਭਾਵੇਂ ਅੱਜ ਬਹੁਤ ਬਿਰਲੇ ਹਨ ਜਿਨ੍ਹਾਂ ਨੇ ਸੰਤ ਜੀ ਮਹਾਰਾਜ ਜੀਆਂ ਦੀ ਦੀਵਾਨਾਂ ਦੇ ਵਿੱਚ ਹਾਜ਼ਰੀ ਭਰੀ। ਬਾਕੀ ਆਪਾਂ ਉਹਨਾਂ ਦੀਆਂ ਕੈਸਟਾਂ ਦੇ ਵਿੱਚ ਤੇ ਰਿਕਾਰਡਿੰਗਾਂ ਦੇ ਵਿੱਚ ਤੇ ਦੀਵਾਨ ਸੁਣਦੇ ਹੀ ਹਾਂ, ਜਿਹੜੇ ਦੀਵਾਨ ਸੁਣ ਕੇ ਇੰਨਾ ਆਨੰਦ ਪ੍ਰਾਪਤ ਹੁੰਦਾ, ਜਿੱਥੇ ਸੰਤ ਜੀ ਮਹਾਰਾਜ ਖੁਦ ਸਾਹਮਣੇ ਦਰਸ਼ਨ ਦੇ ਰਹੇ ਹੋਣ, ਆਪਣੀ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਕਰ ਰਹੇ ਹੋਣ, ਤੇ ਉੱਥੇ ਕਿੰਨਾ ਆਨੰਦ ਵਰਤਦਾ ਹੋਵੇਗਾ। ਤਾਂ ਇਹੀ ਵਚਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਦਸਤਗੀਰ ਨੂੰ ਦੱਸੇ ਕਿ ਇਹ ਪੀਰ ਜੀ, ਜਿਸ ਰਾਗ ਦੀ ਤੁਸੀਂ ਨਿੰਦਿਆ ਕਰਦੇ ਹੋ ਨਾ, ਜੇਕਰ ਇਹੀ ਸੰਗੀਤ, ਇਹੀ ਰਾਗਾਂ ਦੇ ਵਿੱਚ ਨਿਰੰਕਾਰ ਦੀ ਸਿਫਤ ਕੀਤੀ ਜਾਵੇ ਤੇ ਬਹੁਤ ਛੇਤੀ ਮਨ ਇਕਾਗਰ ਹੁੰਦਾ ਹੈ। ਹਵੇ ਤਿਸਮੇ ਹਰ ਨਾਮ ਉਚਾਰਨ, ਹਰੀ ਦਾ ਨਾਮ, ਪਰਮੇਸ਼ਵਰ ਦਾ ਨਾਮ ਉਚਾਰਨ ਕੀਤਾ ਜਾਵੇ। ਹਿਰਦੇ ਉਲਸਾਵਹਿ ਜਗਿਆਸੀ, ਜੋ ਜਗਿਆਸੂ ਹੁੰਦੇ ਹਨ ਨਾ, ਰੱਬ ਦੇ ਫਕੀਰ, ਰੱਬ ਦੇ ਰਾਹ ਤੇ ਚੱਲਣ ਵਾਲੇ, ਸੰਗੀਤ ਦੇ ਵਿੱਚ ਬਹੁਤ ਜਲਦੀ ਮਨ ਜੁੜ ਜਾਂਦਾ ਹੈ। ਕਿ ਦੇਖੋ, ਇੱਕ ਤੇ ਗੁਰਬਾਣੀ ਦੇ ਪਾਠ ਕਰਨੇ ਤੇ ਗੁਰਬਾਣੀ ਨੂੰ ਮਨ ਚਿੱਤ ਲਗਾ ਕੇ ਪੜ੍ਹਿਆ ਜਾਵੇ ਤੇ ਮਨ ਧੀਰੇ ਧੀਰੇ ਹੌਲੀ ਹੌਲੀ ਇਕਾਗਰਤਾ ਦੇ ਘਰ ਵਿੱਚ ਆਉਂਦਾ ਹੈ। ਬੰਦਗੀ ਕਰਨ ਵਾਲਾ ਕਿੰਨਾ ਸਮਾਂ ਬੰਦਗੀ ਦੇ ਵਿੱਚ ਜੁੜਦਾ ਹੈ ਤਾਂ ਇਕਾਗਰਤਾ ਦੇ ਘਰ ਵਿੱਚ ਮਨ ਆਉਣਾ ਸ਼ੁਰੂ ਹੁੰਦਾ ਹੈ। ਜੋ ਵੱਡੇ ਸੰਤ ਜੀ ਮਹਾਰਾਜ ਜੀਆਂ ਦੇ ਇਹ ਵੀ ਬਚਨ ਹਨ ਕਿ ਤਿੰਨਾਂ ਲੋਕਾਂ 14 ਭਵਨਾਂ ਦੇ ਵਿੱਚ ਜੇਕਰ ਕੋਈ ਸੁੱਖ ਹੈ ਤੇ ਉਹ ਮਨ ਦੀ ਇਕਾਗਰਤਾ ਦਾ ਸੁੱਖ ਹੈ। ਜਾਣੇ ਮਨ ਦੀ ਇਕਾਗਰਤਾ ਦੇ ਬਰਾਬਰ ਤਿੰਨਾਂ ਲੋਕਾਂ ਅਤੇ 14 ਭਵਨਾਂ ਦੇ ਵਿੱਚ ਕੋਈ ਵੀ ਸੁੱਖ ਨਹੀਂ ਹੈ। ਤਾਂ ਤੇ ਐਡਾ ਵੱਡਾ ਸੁੱਖ ਮਨ ਨੂੰ ਇਕਾਗਰ ਕਰਨ ਦਾ ਹੈ। ਮਨ ਦੀ ਇਕਾਗਰਤਾ ਤੇ ਸ਼ੁੱਧੀ ਦੇ ਵਿੱਚ ਹੀ ਸਾਰੀਆਂ ਤਾਕਤਾਂ ਹਨ, ਬਰਕਤਾਂ ਹਨ, ਸ਼ਕਤੀਆਂ ਹਨ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਇਹ ਬਚਨ ਦੱਸੇ ਕਿ ਦੇਖੋ ਪੀਰ ਜੀ, ਜਿੰਨੀ ਜਲਦੀ ਮਨ ਸੰਗੀਤ ਦੇ ਵਿੱਚ ਇਕਾਗਰ ਹੁੰਦਾ ਹੈ, ਹੋਰ ਸਾਧਨਾ ਦੇ ਨਾਲ ਇੰਨੀ ਜਲਦੀ ਮਨ ਇਕਾਗਰ ਨਹੀਂ ਹੁੰਦਾ। ਰਚੈ ਸੰਗ ਸ੍ਰੀ ਪ੍ਰਭ ਅਵਨਾਸੀ, ਉਹ ਜਲਦੀ ਹੀ ਪਰਮੇਸ਼ਵਰ ਦੇ ਨਾਲ ਰਚ ਜਾਂਦਾ ਹੈ। ਜਾਣੇ ਉਸ ਦੀ ਸੁਰਤੀ ਬਿਰਤੀ ਸੰਗੀਤ ਦੇ ਮਾਧਿਅਮ ਦੁਆਰਾ ਨਾਮ ਜਪਿਆ ਜਾਵੇ, ਸ਼ਬਦ ਪੜ੍ਹੇ ਜਾਣ ਤੇ ਬੜੀ ਜਲਦੀ ਨਿਰੰਕਾਰ ਦੇ ਵਿੱਚ ਸੁਰਤੀ ਜੁੜ ਜਾਂਦੀ ਹੈ। ਕਲਮੇ ਹੋਤ ਉਪਾਇ ਨ ਔਰੇ, ਕਲਯੁਗ ਦੇ ਵਿੱਚ ਹੋਰ ਕੋਈ ਵੀ ਐਡਾ ਸਾਧਨ ਨਹੀਂ ਹੈ ਮਨ ਨੂੰ ਇਕਾਗਰ ਕਰਨ ਦਾ ਜਿੱਡਾ ਕਿ ਗੁਰਬਾਣੀ ਦਾ ਕੀਰਤਨ ਹੈ। ਕਲਮੇ ਹੋਰ ਹੋਤ ਉਪਾਏ ਨਾ ਕੋਈ, ਹੋਰ ਉਪਾਅ ਨਹੀਂ ਕੋਈ ਹੁੰਦਾ। ਸਤਿਗੁਰੂ ਮਹਾਰਾਜ ਦੱਸਦੇ ਹਨ, ਕਲਮ ਹੈ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਇਹੀ ਹੈ ਕਿ ਉਹ ਨਿਰੰਕਾਰ ਦੀ ਸਿਫਤ, ਉਸ ਦੇ ਗੁਣ ਗਾਏ ਜਾਣ। ਕਲਮ ਹੈ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਫਿਰ ਸਤਿਗੁਰੂ ਅੰਕਿਤ ਕਰਦੇ ਹਨ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਤੇ ਜੇਕਰ ਕਲਯੁਗ ਦੇ ਵਿੱਚ ਧਿਆਨ ਲਾ ਕੇ ਗੁਰਮੁਖ ਕੀਰਤਨ ਕਰਨਗੇ, ਸੁਣਨਗੇ, ਤੇ ਅੱਗੇ ਫਲ ਕੀ ਪ੍ਰਾਪਤ ਹੋਵੇਗਾ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਅੱਗੇ ਫਲ ਕੀ ਪ੍ਰਾਪਤ ਹੋਏਗਾ। ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਗਾ। ਆਪ ਵੀ ਤਰ ਜਾਵੇਗਾ, ਨਾਲ ਦੇ ਸੰਗੀਆਂ ਸਾਥੀਆਂ ਨੂੰ ਵੀ ਤਾਰ ਲਵੇਗਾ। ਇੰਨੀ ਵੱਡੀ ਮਹਾਨਤਾ ਕੀਰਤਨ ਦੀ
ਕਲਯੁਗ ਦੇ ਸਮੇਂ ਦੇ ਵਿੱਚ ਦੱਸੀ ਹੋਈ ਹੈ। ਕੀਰਤ ਕਰ ਇਉ ਤਰੈ ਕਰੋ ਰੇ। ਤਾਂ ਸਤਿਗੁਰੂ ਕਹਿਣ ਲੱਗੇ ਕੀਰਤਨ ਕਰਕੇ ਕਰੋੜਾਂ ਦਾ ਹੀ ਉਧਾਰ ਹੋ ਜਾਂਦਾ ਹੈ। ਜਿਸ ਤਰ੍ਹਾਂ ਹੁਣ ਵੱਡੇ ਸੰਤ ਜੀ ਮਹਾਰਾਜ ਜੀਆਂ ਦੇ ਦੀਵਾਨਾਂ ਦੇ ਵਿੱਚ ਲੱਖਾਂ ਦੀ ਸੰਗਤ ਇਕੱਠੀ ਹੁੰਦੀ ਸੀ ਔਰ ਸੰਤ ਜੀ ਮਹਾਰਾਜ ਜੀਆਂ ਦੇ ਅਮੋਲਕ ਬਚਨਾਂ ਤੋਂ ਲਾਹੇ ਪ੍ਰਾਪਤ ਕਰਦੇ ਸਨ ਤੇ ਆਪਣੇ ਜਨਮ ਸਫਲੇ ਕਰ ਲੈਂਦੇ ਸਨ। ਇਸੇ ਤਰ੍ਹਾਂ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ, ਉਹਨਾਂ ਦੇ ਦੀਵਾਨਾਂ ਦੇ ਵਿੱਚ ਵੀ ਲੱਖਾਂ ਸੰਗਤਾਂ ਦਾ ਇਕੱਠ ਹੁੰਦਾ। ਮਨ ਇਸੇ ਤਰ੍ਹਾਂ ਹੀ ਇਕਾਗਰ ਹੁੰਦੇ ਅਤੇ ਉਹਨਾਂ ਮਹਾਂਪੁਰਖਾਂ ਦੇ ਵਚਨ ਸੁਣ ਸੁਣ ਕੇ ਵੀ ਬੜਿਆਂ ਦੇ ਜੀਵਨ ਬਦਲ ਜਾਂਦੇ ਤੇ ਪਤਾ ਨਹੀਂ ਕਿੰਨੇ ਕੁ ਭੁੱਲੇ ਭਟਕੇ ਲੋਕ ਰੱਬ ਦੇ ਰਾਹ ਤੇ ਤੁਰ ਪੈਂਦੇ ਸੀ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦਾ ਦੀਵਾਨ ਸੁਣ ਕੇ ਵੀ ਬੜੇ ਗੁਰਮੁਖ ਬਣੇ, ਗੁਰੂ ਕੀ ਸਿੱਖੀ ਧਾਰਨ ਕੀਤੀ, ਅੰਮ੍ਰਿਤ ਦੀ ਦਾਤ, ਖੰਡੇ ਵਾਟੇ ਦੀ ਦਾਤ ਲੈ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਤੇ ਇਧਰ ਸਤਿਗੁਰੂ ਇਹ ਬਚਨ ਕਰਦੇ ਹਨ ਕਿ ਕੀਰਤਨ ਦੇ ਦੁਆਰਾ ਕਰੋੜਾਂ ਦਾ ਉਧਾਰ ਹੁੰਦਾ ਹੈ। ਜਾਂ ਤੇ ਰਾਗ ਰੀਦਮ ਕੀਨੀ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਅਸੀਂ ਇਹ ਸੰਗੀਤ ਰਾਗ ਅਰ ਗੁਰਬਾਣੀ ਦੇ ਅਨੁਸਾਰ, ਸਿਫਤ ਦੇ ਅਨੁਸਾਰ ਕੀਰਤਨ ਆਰੰਭ ਕਰ ਦਿੱਤਾ ਹੈ। ਰਸ ਹਿਤ ਸਿਫਤ ਜਾਏ ਮਦ ਭੀਨੀ। ਤੇ ਇੰਨਾ ਰਸ ਆਨੰਦ ਆਉਂਦਾ ਹੈ ਕੀਰਤਨ ਗੁਰਬਾਣੀ ਦਾ ਹੋਏ ਤੇ ਕਹਿਣ ਲੱਗੇ ਮਤ ਉਸ ਪਰਮੇਸ਼ਵਰ ਦੇ ਪਿਆਰ ਦੇ ਵਿੱਚ ਅਤੇ ਸ਼ਬਦ ਦੇ ਵਿੱਚ ਭਿੱਜ ਜਾਂਦੀ ਹੈ। ਕਹਿਓ ਜੋ ਤੁਮ ਚੰਚਲ ਮਤ ਕਰਹੀ। ਫਿਰ ਸਤਿਗੁਰੂ ਬਚਨ ਕਰਦੇ ਹਨ ਕਿ ਦਸਤਗੀਰ ਤੁਸੀਂ ਕਹਿੰਦੇ ਹੋ ਨਾ ਜੋ ਕਿ ਸੰਗੀਤ ਦੇ ਨਾਲ ਮਨ ਚੰਚਲ ਹੋ ਜਾਂਦਾ ਹੈ। ਵਿਸ਼ੇ ਵਿਖੇ ਮਨ ਕੋ ਸੰਚਰੀ। ਇਸ ਦੇ ਬਾਰੇ ਵੀ ਤੈਨੂੰ ਦੱਸਦੇ ਹਾਂ ਕਿ ਜੇਕਰ ਇਹੀ ਸੰਗੀਤ, ਇਹੀ ਰਾਗ ਵਿਸ਼ੇ ਵਿਕਾਰਾਂ ਦੇ ਵਿੱਚ ਗਾਇਆ ਜਾਵੇ ਸੋ ਤੋ ਕਾਮ ਚੇਸ਼ਟਾ ਮਾਹੀ। ਔਰ ਜੇਕਰ ਇਸੇ ਰਾਗ ਨੂੰ ਵਿਗਾੜ ਕੇ ਗਾਇਆ ਜਾਵੇ, ਇਸੇ ਰਾਗ ਨੂੰ ਗੁਰਬਾਣੀ ਦੀ ਥਾਂ ਤੇ ਹੋਰ ਕੋਈ ਕਾਮ ਚੇਸ਼ਟਾ ਨੂੰ ਉਤੇਜਿਤ ਕਰਨ ਵਾਲੇ ਬੋਲ ਬੋਲੇ ਜਾਣ ਤੇ ਇਹੀ ਰਾਗ ਫਿਰ ਦੁਖਦਾਈ ਹੋ ਜਾਂਦਾ ਹੈ। ਜਿਵੇਂ ਅੱਜ ਕੱਲ੍ਹ ਵੀ ਬਹੁਤੇ ਗਾਣੇ ਵਜਾਣੇ ਇਹਨਾਂ ਸੰਗੀਤਾਂ ਸਾਜ਼ਾਂ ਦੇ ਵਿੱਚ ਮਿਲਾ ਕੇ ਗਾਏ ਜਾਂਦੇ ਹਨ। ਜੇਕਰ ਇਹ ਗਾਏ ਜਾਣ ਤੇ ਸਤਿਗੁਰੂ ਕਹਿੰਦੇ ਜ਼ਰੂਰ ਮਨ ਨੂੰ ਚੰਚਲ ਕਰਦੇ ਹਨ, ਮਨ ਨੂੰ ਉਤੇਜਿਤ ਕਰਦੇ ਹਨ, ਕਾਮ ਚੇਸ਼ਟਾ ਆਦਿ ਅੰਦਰ ਪੈਦਾ ਕਰ ਦਿੰਦੇ ਹਨ। ਬੜੇ ਵਿਕਾਰ ਇਸ ਦੇ ਨਾਲ ਅੰਦਰ ਆਣ ਪੈਦਾ ਹੁੰਦੇ ਹਨ। ਜੇਕਰ ਇਹੀ ਸੰਗੀਤ ਬੁਰੇ ਗੀਤਾਂ ਦੇ ਵਿੱਚ ਗਾ ਕੇ ਸੁਣਾਇਆ ਜਾਵੇ, ਇਹੀ ਦੁਖਦਾਈ ਹੋ ਜਾਂਦਾ ਹੈ। ਕਰੇ ਸਰੋਦ ਸੇ ਨਰਕ ਸਿਦਾਹੀ। ਤੇ ਇਸ ਤਰ੍ਹਾਂ ਕਹਿਣ ਲੱਗੇ ਗੁਰਬਾਣੀ ਦੇ ਅਨੁਸਾਰ ਕੀਰਤਨ ਕੀਤਾ ਜਾਵੇ ਤੇ ਉਹ ਸੱਚਖੰਡ ਆਦਿ ਦਾ ਅਧਿਕਾਰੀ ਬਣ ਜਾਂਦਾ ਹੈ, ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦਾ। ਜੇਕਰ ਇਹੀ ਸੰਗੀਤ ਇਹੀ ਰਾਗਾਂ ਦੇ ਵਿੱਚ ਪਾ ਕੇ ਗਾਣੇ ਵਜਾਣੇ ਆਦਿ ਹੋਰ ਗਾਏ ਜਾਣ ਤੇ ਇਹੀ ਦੁਖਦਾਈ ਹੋ ਜਾਂਦੇ ਹਨ। ਉਹੀ ਸਰੋਤ, ਉਹੀ ਸੰਗੀਤ ਮਨ ਨੂੰ ਚੰਚਲ ਕਰਦਾ, ਭਟਕਾ ਦਿੰਦਾ ਹੈ। ਅਵ ਦੂਸਰ ਉਤਰ ਸੁਨ ਕਾਨੇ। ਇੱਕ ਤੇ ਜਦ ਸਤਿਗੁਰੂ ਮਹਾਰਾਜ ਜੀਆਂ ਨੇ ਸੰਗੀਤ ਦੇ ਬਾਰੇ ਦੱਸ ਦਿੱਤਾ ਤਾਂ ਦਸਤਗੀਰ ਮੰਨ ਗਿਆ ਕਿ ਆਪ ਜੀਆਂ ਦੇ ਬਚਨ ਸਤ ਹਨ, ਠੀਕ ਹਨ। ਫੇਰ ਦੁਰਾਇਨ ਦਸਤਗੀਰ ਅਸਾਂ ਪੇ ਵੇਖੇ ਜੋ ਤੋਹੇ ਪਾਈ। ਦਸਤਗੀਰ ਕਹਿਣ ਲੱਗਾ ਫੇਰ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਲੱਖਾਂ ਆਕਾਸ਼ ਹਨ, ਲੱਖਾਂ ਪਾਤਾਲ ਹਨ, ਜੇਕਰ ਤੁਸੀਂ ਦੇਖੇ ਹਨ ਤੇ ਫਿਰ ਸਾਨੂੰ ਵੀ ਦਿਖਾਓ ਤਾਂ ਅਸੀਂ ਮੰਨਾਂਗੇ। ਨਹੀਂ ਤੇ ਕਹਿਣ ਦੇ ਨਾਲ ਤੇ ਕੋਈ ਕਿੰਨੇ ਵੀ ਕਹਿ ਸਕਦਾ ਹੈ, ਲੱਖਾਂ ਕਰੋੜਾਂ ਜਿੰਨੇ ਮਰਜ਼ੀ ਕਹਿ ਸਕਦਾ ਹੈ ਕਿ ਪਾਤਾਲ ਹਨ, ਆਕਾਸ਼ ਹਨ। ਫੇਰ ਦੁਰਾਇਨ ਦਸਤਗੀਰ ਅਸਾਂ ਪੇ ਵੇਖਾਂ ਜੋ ਤੋਹੇ ਪਾਈ। ਸਾਨੂੰ ਵੀ ਇਹ ਦਿਖਾਓ ਤਾਂ ਤੇ ਸਾਨੂੰ ਯਕੀਨ ਆਵੇਗਾ। 14 ਤਬਕ ਕੁਰਾਨ ਬਖਾਨੇ। ਕੁਰਾਨ ਦੇ ਵਿੱਚ ਤੇ ਸਾਡੇ ਪੈਗੰਬਰਾਂ ਨੇ 14 ਤਬਕ ਲਿਖੇ ਹੋਏ ਹਨ। ਤਿਸ ਕੋ ਕਰਨਹਾਰ ਹੈ ਜੋ। ਉਹਨਾਂ ਨੂੰ ਜੋ ਰਚਨਹਾਰਾ ਹੈ, ਕਰਨ ਵਾਲੇ ਪੈਗੰਬਰ ਹਨ। ਤਾਂ ਕੋ 14 ਕੀ ਸੁਧ ਹੋ। ਤਾਂ ਜਦ ਇਸ ਤਰ੍ਹਾਂ ਦੇ ਨਾਲ ਇਸਨੇ ਆਪਣਾ ਦੂਸਰਾ ਸਵਾਲ ਅੱਗੇ ਰੱਖਿਆ ਕਿ ਦੇਖੋ ਸਾਨੂੰ ਹੁਣ ਇਹ ਦੱਸੋ ਕਿ ਲੱਖ ਆਕਾਸ਼ ਅਤੇ ਪਾਤਾਲ ਕਿਵੇਂ ਹਨ। ਉਹ ਜਿਹੜੇ ਜੜਤ ਹੋ ਗਏ ਸਨ, ਇਹਨਾਂ ਦੀ ਸੁੰਨਤਾ, ਇਹਨਾਂ ਦੀ ਜੜਤਾ ਸਤਿਗੁਰਾਂ ਨੇ ਦੂਰ ਕਰ ਦਿੱਤੀ ਸੀ। ਦਸਤਗੀਰ ਨੇ ਬੇਨਤੀ ਕੀਤੀ ਤਾਂ ਇਹ ਵੀ ਸਤਿਗੁਰਾਂ ਦੇ ਪਾਸ ਆਸੇ ਪਾਸੇ ਆ ਕੇ ਬੈਠ ਗਏ ਸਨ। ਸਾਰੇ ਪਾਸ ਬੈਠੇ ਸਨ,
ਬੜੀ ਭਾਰੀ ਗਿਣਤੀ ਦੇ ਵਿੱਚ ਬਗਦਾਦ ਸ਼ਹਿਰ ਦੇ ਲੋਕ ਇਕੱਠੇ ਹੋਏ ਸਨ। ਇਹ ਸਾਰੇ ਸਤਿਗੁਰਾਂ ਦੇ ਆਸੇ-ਪਾਸੇ ਬੈਠੇ ਹਨ। ਦਸਤਗੀਰ ਪੀਰ ਸਾਹਮਣੇ ਬੈਠਾ ਹੈ। ਇਹ ਸਤਿਗੁਰਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਸਵਾਲ ਜਵਾਬ ਕਰ ਰਿਹਾ ਹੈ। ਦੂਸਰਾ ਸਵਾਲ ਰੱਖਿਆ ਕਿ ਤੁਸੀਂ ਕਹਿ ਦਿੱਤਾ ਲੱਖਾਂ ਆਕਾਸ਼ ਹਨ, ਪਾਤਾਲ ਹਨ, ਸਾਨੂੰ ਇਸ ਗੱਲ ਦੀ ਤਸੱਲੀ ਕਰਾ ਦੇਵੋ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਦੇਖੋ, ਤੁਸੀਂ ਕਹਿੰਦੇ ਹੋ ਕਿ ਸਾਡੇ ਪੈਗੰਬਰਾਂ ਨੇ ਕੁਰਾਨ ਦੇ ਵਿੱਚ 14 ਤਬਕ ਲਿਖੇ ਹਨ। ਸਤਿਗੁਰੂ ਕਹਿਣ ਲੱਗੇ ਕਿ ਜਿਨ੍ਹਾਂ ਨੂੰ 14 ਦੀ ਸੁੱਧ ਬੁੱਧ ਸੀ, ਸਮਝ ਪਈ ਹੈ, ਜਾਂ ਜਿਨ੍ਹਾਂ ਨੇ 14 ਤਬਕ ਦੇਖ ਲਏ ਉਹਨਾਂ ਨੇ 14 ਲਿਖ ਦਿੱਤੇ। ਇਸ ਦੇ ਵਿੱਚ ਤੇ ਕੋਈ ਹੈਰਾਨਗੀ ਵਾਲੀ ਵੱਡੀ ਗੱਲ ਨਹੀਂ ਹੈ। ਲਾਖਨ ਕੀ ਸੁਧ ਜਿਨ ਕੋ ਹੋਈ। ਸਤਿਗੁਰੂ ਵਚਨ ਕਰਦੇ ਹਨ ਦਸਤਗੀਰ, ਜਿਨ੍ਹਾਂ ਨੇ 14 ਤਬਕਾਂ ਦੀ ਸੋਝੀ ਪਾਈ, 14 ਦੇਖ ਲਏ, ਉਹਨਾਂ ਨੇ 14 ਲਿਖ ਦਿੱਤੇ। ਪਰ ਕਹਿਣ ਲੱਗੇ ਜਿਨ੍ਹਾਂ ਨੇ ਲੱਖਾਂ ਦੇਖ ਰਹੇ ਹੈ, ਲੱਖਾਂ ਆਕਾਸ਼ ਅਤੇ ਲੱਖਾਂ ਪਾਤਾਲਾਂ ਦੀ ਸੋਝੀ ਰੱਖਣ ਵਾਲਾ ਹੈ। ਲੱਖਾਂ ਆਕਾਸ਼ ਅਤੇ ਲੱਖਾਂ ਪਾਤਾਲ ਜਿਸ ਨੇ ਦੇਖੇ ਹਨ, ਉਹਨੇ ਲੱਖਾਂ ਕਹਿ ਦਿੱਤੇ ਕਿ ਲੱਖਾਂ ਆਕਾਸ਼ ਹਨ, ਲੱਖਾਂ ਪਾਤਾਲ ਹਨ। ਇਹਦੇ ਵਿੱਚ ਤੇ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ। 33 ਭਨੇ ਨਾ ਝੂਠ ਭਗੋਈ। ਤਾਂ ਜਿਹਨੇ ਲੱਖਾਂ ਦੇਖ ਲਏ ਉਹ ਲੱਖਾਂ ਕਹਿ ਰਿਹਾ ਹੈ, ਤੇ ਇਹਦੇ ਵਿੱਚ ਝੂਠ ਕੁਫਰ ਵਾਲੀ ਤੇ ਕੋਈ ਗੱਲ ਹੀ ਨਹੀਂ ਹੈ। ਲਾਖਨ ਪਰ ਨਾ ਔਰਕ ਕੋਈ। ਫਿਰ ਸਤਿਗੁਰੂ ਕਹਿੰਦੇ ਲੱਖਾਂ ਕਿਹਾ ਹੈ, ਪਰ ਲੱਖਾਂ ਤੋਂ ਪਰੇ ਹੋਰ ਵੀ ਬਹੁਤ ਹਨ। ਬੇਸੁਮਾਰ ਸਾਹਿਬ ਹੈ ਸੋਈ। ਬੇਸੁਮਾਰ ਜਾਣੇ ਜਿਸ ਸਾਹਿਬ ਦਾ, ਜਿਸ ਨਿਰੰਕਾਰ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਦਸਤਗੀਰ ਸੁਨ ਸਾਚ ਨਾ ਮਾਨੀ। ਜਦ ਇਸ ਤਰ੍ਹਾਂ ਦੇ ਬਚਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਆਪਣੇ ਮੁਖਾਰ ਬਿੰਦ ਤੋਂ ਦਸਤਗੀਰ ਪੀਰ ਅਤੇ ਇਸ ਦੇ ਮੁਰੀਦ ਸਾਰਿਆਂ ਨੂੰ ਸੁਣਾਉਣਾ ਕੀਤੇ, ਤੇ ਦਸਤਗੀਰ ਹੁਣ ਮੰਨ ਨਹੀਂ ਰਿਹਾ। ਉਹ ਕਹਿ ਰਿਹਾ ਕਿ ਇਹ ਗੱਲ ਕਹਿਣ ਦੇ ਵਿੱਚ ਤੇ ਭਾਵੇਂ ਤੁਸੀਂ ਕਹਿ ਦਿੱਤੀ ਹੈ, ਪਰ ਇਹ ਮੰਨਣ ਦੇ ਵਿੱਚ ਨਹੀਂ ਆਉਂਦੀ ਕਿ ਇੰਨੇ ਹੋ ਸਕਦੇ ਹਨ। ਹੇਤ ਬਿਲੋਕਨ ਬੋਲਿਓ ਬਾਨੀ। ਤਾਂ ਫਿਰ ਉਹ ਦੇਖਣ ਦੇ ਵਾਸਤੇ ਕਹਿਣ ਲੱਗਾ, ਕਹੇ ਪ੍ਰਤੀਤ ਨਾ ਆਵੇ ਮੋਕੋ। ਕਹਿਣ ਲੱਗਿਆ ਜੀ ਤੁਸੀਂ ਕਹਿ ਦਿੱਤੇ ਲੱਖ ਆਕਾਸ਼ਾਂ ਪਾਤਾਲ, ਪਰ ਮੇਰੇ ਮਨ ਨੂੰ ਇਹ ਪ੍ਰਤੀਤ ਨਹੀਂ ਆਉਂਦੀ। ਦੇਵ ਦਿਖਾਏ ਜਹ ਸੁਧ ਤੋ ਕੋ। ਜੇ ਤੁਸੀਂ ਦੇਖੇ ਹਨ, ਇਹਨਾਂ ਦੀ ਸੁਧ ਰੱਖਦੇ ਹੋ, ਖਬਰ ਰੱਖਦੇ ਹੋ, ਜੇ ਤੁਹਾਡੇ ਵਿੱਚ ਇਹ ਸ਼ਕਤੀ, ਇਹ ਪਾਵਰ ਪਾਈ ਜਾਂਦੀ ਹੈ, ਤਾਂ ਤੁਸੀਂ ਮੈਨੂੰ ਵੀ ਇਹ ਲੱਖਾਂ ਆਕਾਸ਼ ਅਤੇ ਪਾਤਾਲ ਦਿਖਾ ਦੇਵੋ, ਤਾਂ ਤੇ ਮੈਨੂੰ ਇਸ ਗੱਲ ਤੇ ਵਿਸ਼ਵਾਸ ਆ ਜਾਵੇਗਾ। ਸੁਤ ਮੇਰੇ ਕੋ ਸੰਗ ਲਿਜਾਵੋ। ਫੇਰ ਪੀਰ ਕਹਿਣ ਲੱਗਿਆ ਕਿ ਜੇਕਰ ਤੁਸੀਂ ਤਾਕਤ ਰੱਖਦੇ ਹੋ ਤੇ ਦਿਖਾ ਦੇਵੋ। ਸਤਿਗੁਰੂ ਕਹਿਣ ਲੱਗੇ ਦਸਤਗੀਰ, ਜੇਕਰ ਤੂੰ ਦੇਖਣਾ ਹੀ ਚਾਹੁੰਦਾ ਹਾਂ ਹੈ ਤਾਂ ਤੈਨੂੰ ਅਸੀਂ ਇਹ ਸਾਰੇ ਲੱਖਾਂ ਆਕਾਸ਼ ਪਤਾਲ ਲਿਜਾ ਕੇ ਦਿਖਾ ਦਿੰਦੇ ਹਾਂ। ਇਹ ਕਹਿਣ ਲੱਗਿਆ ਮੇਰੀ ਤੇ ਉਮਰ ਬਹੁਤ ਬਿਰਧ ਹੋ ਚੁੱਕੀ ਹੈ, ਹੁਣ ਤੁਸੀਂ ਇਉਂ ਕਰੋ ਕਿ ਮੇਰੇ ਪੁੱਤਰ ਨੂੰ ਆਪਣੇ ਨਾਲ ਲੈ ਜਾਵੋ, ਇਸ ਨੂੰ ਦਿਖਾ ਦੇਵੋ, ਮੈਂ ਮੰਨ ਲਵਾਂਗਾ। ਸਤਿਗੁਰੂ ਕਹਿਣ ਲੱਗੇ ਤੈਨੂੰ ਜਿਸ ਤੇ ਵਿਸ਼ਵਾਸ ਹੈ, ਪੱਕਾ ਭਰੋਸਾ ਹੈ ਨਾ ਕਿ ਇਹ ਮੇਰੇ ਪਾਸ ਕਦੇ ਝੂਠ ਨਹੀਂ ਬੋਲ ਸਕਦਾ, ਉਹਨੂੰ ਸਾਡੇ ਨਾਲ ਭੇਜ ਦੇ, ਅਸੀਂ ਉਸ ਨੂੰ ਦਿਖਾ ਦੇਵਾਂਗੇ। ਤਾਂ ਜਦ ਇਸ ਤਰ੍ਹਾਂ ਦੇ ਨਾਲ ਬਚਨ ਬਿਲਾਸ ਹੋਏ ਤਾਂ ਦਸਤਗੀਰ ਕਹਿਣ ਲੱਗਿਆ ਆ ਮੇਰਾ ਬੇਟਾ ਹੈ, ਮੇਰਾ ਪੁੱਤਰ ਹੈ, ਇਹਨੂੰ ਆਪਣੇ ਨਾਲ ਲੈ ਕੇ ਚੱਲੋ। ਜਿਹੜੇ ਤੁਸੀਂ ਲੱਖਾਂ ਆਕਾਸ਼ ਪਾਤਾਲ ਦੱਸਦੇ ਹੋ ਤੇ ਉਹ ਦਿਖਾ ਦੇਵੋ। ਭਾਈ ਸਾਹਿਬ ਭਾਈ ਗੁਰਦਾਸ ਜੀ ਅੰਕਿਤ ਕਰਦੇ ਹਨ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਉਸ ਟਾਈਮ ਪੀਰ ਦੇ ਬੇਟੇ ਦੇ ਵੱਲ ਨਜ਼ਰ ਪਾਈ ਹੈ। ਜਿੱਤੀ ਪਹੁੰਚ ਹੈ ਤਿੱਤੇ ਦਿਖਾਵੋ। ਦਸਤਗੀਰ ਕਹਿਣ ਲੱਗਾ ਫਿਰ ਜਿੰਨੀ ਕਿ ਤੁਹਾਡੀ ਪਹੁੰਚ ਹੈ ਨਾ, ਜਿੱਥੋਂ ਤੱਕ ਤੁਸੀਂ ਦਿਖਾ ਸਕਦੇ ਹੋ ਮੇਰੇ ਪੁੱਤਰ ਨੂੰ, ਉਹਨੇ ਆਕਾਸ਼ ਅਤੇ ਪਤਾਲ ਦਿਖਾ ਦੇਵੋ। ਸੁਣ ਕੇ ਤੇ ਚਨ ਸ੍ਰੀ ਜਗਨਾਥਾ। ਜਗਤ ਦੇ ਨਾਥ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਣ ਕੇ ਬਚਨ ਕਰਦੇ ਹਨ, ਤੈ ਕੋ ਗਇਓ ਹਾਥ ਮੈਂ ਹਾਥਾ। ਦਸਤਗੀਰ ਪੀਰ ਦਾ ਪੁੱਤਰ ਇਹ ਸਾਹਮਣੇ ਬੈਠਾ ਸੀ, ਇਸ ਨੂੰ ਸਤਿਗੁਰਾਂ ਦੇ ਨਜ਼ਦੀਕ ਸਨਮੁਖ ਬਿਠਾਇਆ ਗਿਆ। ਤਾਂ ਉਸ ਟਾਈਮ ਸਤਿਗੁਰਾਂ ਨੇ ਇਸ ਦਸਤਗੀਰ ਪੀਰ ਦੇ ਪੁੱਤਰ ਦਾ ਹੱਥ ਆਪਣੇ ਕਰ ਕਮਲਾਂ ਦੀ, ਆਪਣੇ ਪਵਿੱਤਰ ਹੱਥ ਦੇ ਨਾਲ ਪਕੜ ਲਿਆ ਹੈ। ਕਹਿਓ ਕਿ ਲੋਚਨ ਮੁੰਦੋ ਦੋਈ। ਸਤਿਗੁਰੂ ਬਚਨ ਕਰਦੇ ਹਨ, ਬੇਟਾ
ਆਪਣੇ ਦੋਨੇ ਨੇਤਰ, ਆਪਣੀਆਂ ਦੋਨੇ ਅੱਖਾਂ ਬੰਦ ਕਰ ਲੈ। ਚਾਹੋ ਜੋ ਦੇਖ ਲਿਓ ਅਬ ਸੋਈ। ਜਿਹੜੇ ਤੁਸੀਂ ਚਾਹੁੰਦੇ ਹੋ ਨਾ ਲੱਖਾਂ ਆਕਾਸ਼ ਪਾਤਾਲ ਦੇਖਣੇ, ਹੁਣੇ ਹੀ ਦਿਖਾ ਦਿੰਦੇ ਹਾਂ। ਮੁਨਿਤਰ ਨੈਣ ਕੀਏ ਤਨ ਜਬ ਹੀ। ਜਦ ਦਸਤਗੀਰ ਪੀਰ ਦੇ ਪੁੱਤਰ ਨੇ ਆਪਣੇ ਨੇਤਰ, ਆਪਣੀਆਂ ਅੱਖਾਂ ਨੂੰ ਬੰਦ ਕਰਨਾ ਕੀਤਾ, ਅਪਰ ਆਕਾਸ਼ ਦਿਖਾਇਓ ਤਬ ਹੀ। ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ। ਉਸ ਦੀ ਸੁਰਤੀ ਵਿਰਤੀ ਆਕਾਸ਼ ਮਾਰਗਾ ਰਾਹੀਂ ਉੱਪਰਲੇ ਆਕਾਸ਼ ਦੇ ਵਿੱਚ ਚਲੀ ਜਾਂਦੀ ਹੈ। ਕਿਤਦ ਦਿਵਸ ਤੇ ਵਿੱਚ ਬਿਹਾਰੇ। ਜਦ ਸੁਰਤੀ ਬਿਰਤੀ ਇੱਥੋਂ ਉੱਠੀ ਤੇ ਉੱਪਰਲੇ ਆਕਾਸ਼ ਦੇ ਵਿੱਚ ਉਸ ਦੀ ਸੁਰਤੀ ਬਿਰਤੀ ਇਉਂ ਲੈ ਜਾਂਦੇ ਹਨ ਕਿ ਉਸ ਨੂੰ ਇਹ ਭਾਸ ਰਿਹਾ ਹੈ ਕਿ ਮੈਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਨਾਲ ਹੁਣ ਉਸ ਧਰਤੀ ਤੋਂ ਉੱਠ ਕੇ ਉੱਪਰਲੇ ਆਕਾਸ਼ ਦੇ ਵਿੱਚ ਆਣ ਪਹੁੰਚਿਆ ਹਾਂ। ਸਤਿਗੁਰੂ ਸਭ ਕੁਝ ਫਿਰ ਤੁਰ ਕੇ ਦਿਖਾ ਰਹੇ ਹਨ ਕਿ ਆਹ ਦੇਖ, ਪਹਿਲੇ ਆਕਾਸ਼ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਤਾਂ ਜਦ ਸਤਿਗੁਰੂ ਮਹਾਰਾਜ ਜੀਆਂ ਨੇ ਬਹੁਤ ਸਮਾਂ ਇਸ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਆਕਾਸ਼ ਦਿਖਾਉਣਾ ਕੀਤਾ ਤੇ ਉਸ ਸਥਾਨ ਤੇ ਦੇਖਿਆ ਤੇ ਬਹੁਤ ਸਾਰੀ ਦੁਨੀਆ ਬਸੀ ਹੋਈ ਹੈ। ਜਿਸ ਸਥਾਨ ਤੇ ਵੀ ਗੁਰੂ ਬਾਬਾ ਜੀਆਂ ਦੀ ਸਿੱਖੀ ਬਹੁਤ ਫੈਲੀ ਹੋਈ ਹੈ। ਗੁਰੂ ਮਹਾਰਾਜ ਜੀਆਂ ਦੇ ਸਿੱਖ ਉਸ ਆਕਾਸ਼ ਦੇ ਵਿੱਚ ਵੀ ਬਹੁਤ ਸਾਰੇ ਆ ਕੇ ਚਰਨਾਂ ਤੇ ਨਮਸਕਾਰਾਂ ਕਰਦੇ ਹਨ। ਬਹੁਰ ਔਰ ਨਭ ਮਾਏ ਪਧਾਰੇ। ਤਾਂ ਫਿਰ ਜਦ ਇਸ ਤਰ੍ਹਾਂ ਇਹ ਸਭ ਕੁਝ ਦਿਖਾਇਆ ਜਾਂਦਾ ਹੈ ਤਾਂ ਇਸ ਨੂੰ ਤਸੱਲੀ ਕਰਵਾ ਦਿੱਤੀ ਕਿ ਬੇਟਾ ਦੇਖ ਲਏ ਹਨ ਜਾਂ ਨਹੀਂ। ਉਹ ਕਹਿਣ ਲੱਗਿਆ ਜੀ ਮੈਨੂੰ ਤਸੱਲੀ ਹੋ ਗਈ ਹੈ ਕਿ ਇੱਕ ਤੇ ਦੇਖ ਲਿਆ ਹੈ। ਤਾਂ ਗੁਰੂ ਮਹਾਰਾਜ ਇਸ ਨੂੰ ਇਸ ਤੋਂ ਉੱਪਰ ਦੂਸਰੇ ਆਕਾਸ਼ ਦੇ ਵੱਲ ਲੈ ਚੱਲਦੇ ਹਨ। ਤੈ ਕੋ ਦੇਖ ਕਿਤਕ ਦਿਨ ਮਾਹੀ। ਕੁਝ ਕੁ ਦਿਨ ਉਸ ਸਥਾਨ ਤੇ ਵਿਚਰੇ, ਦੂਸਰੇ ਆਕਾਸ਼ ਦੇ ਵਿੱਚ ਵਿਚਰਨਾ ਕੀਤਾ। ਆਨ ਆਕਾਸ਼ ਪਿਖਾ ਪੁਨ ਜਾਹੀ। ਤਾਂ ਇਸ ਤਰ੍ਹਾਂ ਕਰਦੇ ਕਰਦੇ ਜਦ ਬਹੁਤ ਸਾਰੇ ਆਕਾਸ਼ ਇਸ ਤਰ੍ਹਾਂ ਸਤਿਗੁਰਾਂ ਨੇ ਦਿਖਾਉਣਾ ਕੀਤੇ, ਇਸ ਵਿਦ ਸੋ ਬੋ ਬਰਖ ਬਿਤਾਏ। ਤਾਂ ਆਖਰਕਾਰ ਕੀ ਹੋਇਆ? ਕਵੀ ਜੀ ਕਹਿੰਦੇ ਕਿ ਇਉਂ ਆਕਾਸ਼ ਪਾਤਾਲ ਦਿਖਾਉਂਦੇ ਦਿਖਾਉਂਦੇ ਸਤਿਗੁਰੂ ਇੱਕ ਤੋਂ ਦੂਸਰੇ ਦੇ ਵਿੱਚ ਜਾਂਦੇ ਹਨ, ਦੂਸਰੇ ਤੋਂ ਤੀਸਰੇ ਦੇ ਵਿੱਚ, ਤੀਸਰੇ ਤੋਂ ਚੌਥੇ ਦੇ ਵਿੱਚ, ਉੱਪਰ ਦੀ ਉੱਪਰ ਦਿਖਾਉਂਦੇ ਦਿਖਾਉਂਦੇ ਕਵੀ ਜੀ ਕਹਿੰਦੇ ਕਿ ਹਜ਼ਾਰਾਂ ਵਰਸਾਂ ਦਾ ਸਮਾਂ ਬਤੀਤ ਹੋ ਗਿਆ। ਜਿੱਥੇ ਕਿੱਥੇ ਜਾਂਦੇ ਹਨ ਉੱਥੇ ਗੁਰੂ ਬਾਬਾ ਜੀਆਂ ਦੀ ਸਿੱਖੀ ਸਿਦਕੀ ਹੈ। ਤਾਂ ਦਿਖਾਉਂਦੇ ਦਿਖਾਉਂਦੇ ਜਦ ਇਸ ਤਰ੍ਹਾਂ ਵਰਸਾਂ ਦਾ ਸਮਾਂ ਬਤੀਤ ਹੋ ਜਾਂਦਾ ਹੈ, ਲੱਖ ਆਕਾਸ਼ ਤਾਏ ਦਿਖਰਾਏ। ਜੋ ਲੱਖ ਆਕਾਸ਼ ਪਾਤਾਲਾਂ ਦੀ ਵਿਚਾਰ ਚੱਲੀ ਸੀ ਨਾ, ਉਹ ਸਤਿਗੁਰੂ ਮਹਾਰਾਜ ਜੀਆਂ ਦੇ ਇਸ ਪੀਰ ਦੇ ਬੇਟੇ ਨੂੰ ਅੱਖੀਂ ਦਿਖਾ ਦਿੱਤੇ। ਬਹੁਰੋ ਗਏ ਪਾਤਾਲਨ ਮਾਈ। ਇਹਨੇ ਬੇਨਤੀ ਕੀਤੀ ਜੀ ਬਹੁਤ ਦੇਖ ਲਏ ਹਨ, ਗਿਣਤੀ ਮਿੰਤੀ ਤੋਂ ਪਰੇ ਦੇਖ ਲਏ ਹਨ ਮੈਂ ਤੇ ਆਕਾਸ਼। ਹੁਣ ਕਿਰਪਾ ਕਰਕੇ ਜਿਹੜੇ ਪਾਤਾਲ ਕਹਿੰਦੇ ਸੀ ਉਹ ਵੀ ਦਿਖਾਉਣਾ ਕਰੋ। ਪ੍ਰਥਮ ਏਕ ਦਿਖਾਵਾ ਤਾਈ। ਜਦ ਪੀਰ ਦੇ ਬੇਟੇ ਨੇ ਬੇਨਤੀ ਕੀਤੀ, ਬਹੁਤ ਸਮਾਂ ਗੁਜ਼ਰ ਗਿਆ ਹੈ, ਤਾਂ ਹੁਣ ਪਾਤਾਲ ਦੇਖਣ ਦੀ ਇੱਛਾ ਹੋਈ ਤੇ ਸਤਿਗੁਰੂ ਪਹਿਲੇ ਪਾਤਾਲ ਦੇ ਵਿੱਚ ਲੈ ਗਏ ਹਨ। ਕਿਤਕ ਦਿਨਨ ਲੋ ਫਿਰ ਕਰ ਸਾਰੇ। ਕਿੰਨੇ ਕੁ ਦਿਨ ਇਸ ਸਥਾਨ ਤੇ ਫਿਰ ਤੁਰ ਕੇ ਦੇਖਣਾ ਕੀਤਾ। ਬਹੁਰੋ ਦੁਤੀਏ ਪਤਾਲ ਪਧਾਰੇ। ਫਿਰ ਦੂਸਰੇ ਪਾਤਾਲ ਦੇ ਵਿੱਚ ਉਸੇ ਤਰ੍ਹਾਂ ਪਹੁੰਚ ਜਾਂਦੇ ਹਨ। ਸੋ ਨੀਕੀ ਬਿਦ ਦੀਨ ਦਿਖਾਈ। ਨੀਕੀ ਵਿਦ ਜਾਣੇ ਅੱਛੀ ਤਰ੍ਹਾਂ ਸਤਿਗੁਰੂ ਮਹਾਰਾਜ ਜੀਆਂ ਨੇ ਫਿਰ ਤੁਰ ਕੇ ਦਿਖਾ ਦਿੱਤੇ। ਪੁਨ ਤੀਜੇ ਮੈਂ ਗਏ ਜਗ ਸਾਈ। ਇਸੇ ਤਰ੍ਹਾਂ ਤੀਸਰੇ ਪਾਤਾਲ ਚਲੇ ਗਏ ਹਨ। ਇਸ ਵਿਦ ਸੋ ਜੇ ਲੱਖ ਪਤਾਲਾ। ਤਾਂ ਕਵੀ ਜੀ ਆਖਰਕਾਰ ਕਹਿੰਦੇ ਕਿ ਇਸੇ ਤਰ੍ਹਾਂ, ਇਸੇ ਵਿਧੀ, ਇਸੇ ਤਰੀਕੇ ਦੇ ਨਾਲ ਜਿਵੇਂ ਲੱਖ ਆਕਾਸ਼ ਦਿਖਾਏ, ਪਾਤਾਲ ਵੀ ਦਿਖਾ ਦਿੱਤੇ ਹਨ। ਸਰਬ ਦਿਖਾਏ ਤਾਏ ਕਿਰਪਾਲਾ। ਕਿਰਪਾਲੂ ਦਿਆਲੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਪੀਰ ਦੇ ਪੁੱਤਰ ਨੂੰ ਲੱਖ ਪਾਤਾਲ ਵੀ ਦਿਖਾ ਦਿੱਤੇ। ਬਹੁਤ ਬਰਖ ਲਗ ਕਾਲ ਬਿਤਾਇਓ। ਬਹੁਤ ਬਰਖਾਂ, ਹਜ਼ਾਰਾਂ ਸਾਲਾਂ ਦਾ ਸਮਾਂ ਇੱਥੇ ਬਤੀਤ ਹੋ ਜਾਂਦਾ ਹੈ। ਵਿਚਰਤ ਪੀਰ ਤਾਦ ਅਕਲਾਇਓ। ਇਹਨਾਂ ਆਕਾਸ਼ਾਂ ਪਾਤਾਲਾਂ ਦੇ ਵਿੱਚ ਵਿਚਰਦੇ ਫਿਰਦੇ ਤਾਂ ਉਹ ਪੀਰ ਦਾ ਪੁੱਤਰ ਸੀ, ਬੜਾ ਵਿਆਕੁਲ ਹੋ ਜਾਂਦਾ, ਬੜਾ ਦੁਖੀ ਹੋ ਜਾਂਦਾ ਹੈ। ਉਹ ਬੇਨਤੀ ਕਰਦਾ, ਮਹਾਰਾਜ ਬਹੁਤ ਆਕਾਸ਼ ਪਾਤਾਲ ਦੇਖ ਕੇ ਮੈਂ ਥੱਕ ਹਾਰ ਗਿਆ ਹਾਂ,
ਹੁਣ ਵਾਪਸ ਬਗਦਾਦ ਸ਼ਹਿਰ ਦੇ ਵਿੱਚ ਮੈਨੂੰ ਲੈ ਕੇ ਚੱਲੋ। ਹਾਥ ਬੰਦ ਕੈ ਗੁਰੂ ਅਗਾਰੀ। ਗੁਰੂ ਮਹਾਰਾਜਿਆਂ ਦੇ ਅੱਗੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਹੈ। ਹੋਏ ਅਧੀਨ ਬਹੁ ਬਿਨੈ ਉਚਾਰੀ। ਗੁਰੂ ਮਹਾਰਾਜਿਆਂ ਦੇ ਅਧੀਨ ਹੋ ਕੇ ਅਨੁਸਾਰ ਹੋ ਕੇ ਬਹੁਤ ਬੇਨਤੀਆਂ ਕਰਦਾ ਹੈ। ਅੰਤ ਨ ਆਵਤ ਗੈਨ ਪਤਾਲਾ। ਉਹ ਕਹਿਣ ਲੱਗਿਆ, ਸੱਚੇ ਪਾਤਸ਼ਾਹ ਆਪ ਜੀਆਂ ਦੇ ਬਚਨ ਬਿਲਕੁਲ ਸੱਚੇ ਹਨ ਕਿ ਇਹਨਾਂ ਆਕਾਸ਼ਾਂ ਅਤੇ ਪਤਾਲਾਂ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਵਿਚਰਤ ਬੀਤ ਗਇਓ ਚਰਕਾਲਾ। ਇੱਥੇ ਆਪਾਂ ਨੂੰ ਵਿਚਰਦਿਆਂ ਹੋਇਆਂ ਨੂੰ ਬੜਾ ਲੰਮਾ ਸਮਾਂ ਬਤੀਤ ਹੋ ਗਿਆ। ਚਲੋ ਆਪਨੇ ਅਵਸਥਾਨਾ। ਹੁਣ ਆਪਣੇ ਅਸਥਾਨ ਜਿੱਥੋਂ ਆਏ ਸੀ ਨਾ ਬਗਦਾਦ ਸ਼ਹਿਰ ਦੇ ਵਿੱਚੋਂ, ਤੇ ਕਿਰਪਾ ਕਰਕੇ ਮੈਨੂੰ ਵਾਪਸ ਉੱਥੇ ਹੀ ਲੈ ਚੱਲੋ। ਤੁਮ ਖੁਦਾਏ ਹੋ ਲਖੋ ਨਾ ਆਨਾ। ਚਰਨਾਂ ਤੇ ਢਹਿ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਕਿ ਹੁਣ ਮੈਨੂੰ ਇਸ ਗੱਲ ਦੀ ਤੇ ਤਸੱਲੀ ਹੋਈ ਹੀ ਹੈ ਕਿ ਲੱਖਾਂ ਆਕਾਸ਼ ਅਤੇ ਪਤਾਲ ਹਨ। ਹੁਣ ਦਾਤਾ ਮੈਨੂੰ ਇਹ ਵੀ ਵਿਸ਼ਵਾਸ, ਇਹ ਵੀ ਅਟੁੱਟ ਮੈਨੂੰ ਵਿਸ਼ਵਾਸ ਹੋ ਗਿਆ ਹੈ, ਇਹ ਵੀ ਯਕੀਨ ਆ ਗਿਆ ਹੈ ਕਿ ਤੁਸੀਂ ਖੁਦਾ ਦੇ ਫਕੀਰ ਨਹੀਂ, ਤੁਸੀਂ ਤੇ ਖੁਦਾ ਦਾ ਰੂਪ ਹੀ ਹੋ। ਸੁਨ ਕੇ ਸ੍ਰੀ ਗੁਰ ਗਿਰਾ ਉਚਾਰੀ। ਤਾਂ ਸੁਣ ਕੇ ਗੁਰੂ ਮਹਾਰਾਜ ਬਚਨ ਕਰਦੇ ਹਨ। ਜੇ ਕਿ ਚਾਹੋ ਹਵੇ ਹਿਰਦੈ ਮੰਝਾਰੀ। ਕਹਿਣ ਲੱਗੇ ਕਿ ਜਿਹੜੀ ਤੇਰੀ ਇੱਛਾ ਹੈ ਉਹ ਪੂਰੀ ਹੋ ਜਾਵੇਗੀ। ਦੇਖੋ ਔਰ ਆਕਾਸ਼ ਪਤਾਲਾ। ਸਤਿਗੁਰੂ ਬਚਨ ਕਰਦੇ ਹਨ ਕਿ ਪੁੱਤਰ ਹੋਰ ਵੀ ਕੋਈ ਦੇਖਣੇ ਆਨ ਤਾਂ ਦੱਸਣਾ ਕਰ। ਅੰਤ ਨਹੀਂ ਕਜ ਰਹਿ ਵਿਸਾਲਾ। ਤਾਂ ਉਸ ਨਿਰੰਕਾਰ ਦੀ ਸ੍ਰਿਸ਼ਟੀ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਜੇਕਰ ਅਕਲਾਵਾ ਚਿਤ ਤੋਰਾ। ਜੇਕਰ ਤੇਰਾ ਚਿੱਤ ਬੜਾ ਵਿਆਕੁਲ ਹੋ ਗਿਆ ਹੈ, ਦੁਖੀ ਹੋ ਗਿਆ ਹੈ, ਇੱਕ ਵਿਚਾਰ ਹੋਰ ਕਿ ਦੇਖੋ ਸਤਿਗੁਰੂ ਮਹਾਰਾਜ ਜੀਆਂ ਨੇ ਗੁਰਬਾਣੀ ਦੇ ਵਿੱਚ ਇੱਕ ਜਗ੍ਹਾ ਇਸ ਤਰ੍ਹਾਂ ਵੀ ਉਚਾਰਨ ਕੀਤਾ ਹੈ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਜਾਣੇ ਕਰੋੜਾਂ ਬ੍ਰਹਮੰਡਾਂ ਦਾ ਠਾਕੁਰ ਹੈ, ਮਾਲਕ ਹੈ ਸੁਆਮੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਤੇ ਇਸ ਤਰ੍ਹਾਂ ਦੇ ਨਾਲ ਇਹੀ ਵਚਨ ਅੱਜ ਜਦ ਪੀਰ ਦੇ ਬੇਟੇ ਨੇ ਦੇਖੇ ਤੇ ਸਤਿਗੁਰੂ ਮਹਾਰਾਜ ਇਸ ਨੂੰ ਵਚਨ ਕਰਦੇ ਹਨ। ਚਲਿਓ ਚਹਿਦ ਹੈ ਆਪਣੇ ਠੋਰਾ। ਜਦ ਦਸਤਗੀਰ ਦਾ ਪੁੱਤਰ ਵਾਪਸ ਜਾਣਾ ਚਾਹੁੰਦਾ ਹੈ ਤਉ ਪਿਤ ਨਿਸ਼ਚਾ ਆਵੇ ਜੈਸੇ। ਸਤਿਗੁਰੂ ਵਚਨ ਕਰਦੇ ਹਨ ਕਿ ਤੇਰੇ ਪਿਤਾ ਦਸਤਗੀਰ ਨੂੰ ਕਿਵੇਂ ਨਿਸ਼ਚਾ ਹੋਏਗਾ, ਕਿਵੇਂ ਵਿਸ਼ਵਾਸ ਹੋਏਗਾ ਕਿ ਲੱਖ ਆਕਾਸ਼ ਪਾਤਾਲ ਦੇਖ ਆਏ ਹਨ। ਕਾਰਜ ਕਰੋ ਆਪ ਅਬ ਤੈਸੇ। ਹੁਣ ਕੋਈ ਐਸਾ ਕਾਰਜ ਕਰੀਏ ਕਿ ਜਿਸ ਦੇ ਨਾਲ ਉਸ ਨੂੰ ਵੀ ਤਸੱਲੀ ਹੋ ਜਾਵੇ। ਸੰਗਤ ਮੇ ਪੰਚਾਮ੍ਰਿਤ ਹੋਈ। ਤਾਂ ਸਤਿਗੁਰੂ ਬਚਨ ਕਰਦੇ ਹਨ ਕਿ ਜਿੱਥੇ ਕਿਥੇ ਗੁਰੂ ਕੀ ਸੰਗਤ ਇਕੱਠੀ ਹੁੰਦੀ ਹੈ ਉਥੇ ਕੜਾਹ ਪ੍ਰਸ਼ਾਦ ਆਦਿ ਵਰਤਾਇਆ ਜਾਂਦਾ ਹੈ। ਤਹਿ ਤੇ ਲੇਕਰ ਚਲੀਏ ਸੋਈ। ਤਾਂ ਉਸ ਦਸਤਗੀਰ ਦੇ ਪੁੱਤਰ ਨੂੰ ਕਹਿਣ ਲੱਗੇ ਉਥੋਂ ਕੜਾਹ ਪ੍ਰਸ਼ਾਦ ਲੈ ਕੇ ਫਿਰ ਆਪਾਂ ਬਗਦਾਦ ਦੇ ਵਿੱਚ ਜਾਵਾਂਗੇ, ਇਥੋਂ ਦੀ ਨਿਸ਼ਾਨੀ ਲਿਜਾ ਕੇ ਦਿਖਾਵਾਂਗੇ, ਤਦ ਉਹਨਾਂ ਨੂੰ ਵਿਸ਼ਵਾਸ ਆ ਜਾਵੇਗਾ। ਅਸ ਕਹਿ ਗਏ ਜਾਂ ਸਤ ਸੰਗਤ। ਤਾਂ ਫਿਰ ਇਸ ਤਰ੍ਹਾਂ ਦੇ ਨਾਲ ਬਚਨ ਕਰਕੇ ਦਸਤਗੀਰ ਦੇ ਪੁੱਤਰ ਨੂੰ ਉੱਥੇ ਲੈ ਗਏ ਜਿਸ ਸਥਾਨ ਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਸਨ, ਗੁਰੂ ਕੀ ਬਾਣੀ ਦਾ ਜਾਪ ਕਰ ਰਹੇ ਸਨ, ਸ਼ਬਦ ਪੜ੍ਹ ਰਹੇ ਸਨ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਸਿਫਤ ਹੋ ਰਹੀ ਸੀ। ਬੈਠੀ ਸੰਤਨ ਕੀ ਸ਼ੁਭ ਪੰਗਤ। ਬਹੁਤ ਸਾਰੇ ਸਾਧੂ ਸੰਤ ਮਹਾਤਮਾ ਅਤੇ ਹੋਰ ਸਿੱਖ ਸੰਗਤਾਂ ਬੇਅੰਤ ਗਿਣਤੀ ਦੇ ਵਿੱਚ ਬੈਠੇ ਹਨ। ਸ੍ਰੀ ਗੁਰ ਕੋ ਅਵਲੋਕਾ ਜਬੀ। ਜਦ ਐਸੀ ਸੰਗਤ ਜੁੜੀ ਹੋਈ ਹੈ ਤੇ ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਰ ਦੇ ਬੇਟੇ ਦੇ ਸਮੇਤ ਪਹੁੰਚ ਜਾਂਦੇ ਹਨ। ਔਰ ਪਰ ਹਰਖ ਉਠੇ ਜਬ ਤਬ ਹੀ। ਜਦ ਸਾਰੀ ਸੰਗਤ ਨੇ ਦੇਖਿਆ ਕਿ ਜਿਸ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਸਿਫਤ ਦੇ ਵਿੱਚ ਜੁੜੇ ਹੋਏ ਹਾਂ, ਜਿਨ੍ਹਾਂ ਦੀ ਗੁਰਬਾਣੀ ਸ਼ਬਦ ਦੇ ਵਿੱਚ ਜੁੜੇ ਹੋਏ ਹਾਂ, ਜਾਤ ਦੇ ਵਿੱਚ ਜੁੜੇ ਹਾਂ, ਉਹ ਸੰਗਤ ਦੇ ਵਿੱਚ ਚੱਲ ਕੇ ਆਪ ਆ ਰਹੇ ਹਨ। ਪਦ ਪੰਕਜ ਪਰ ਬੰਧਨ ਧਾਰੀ। ਸਾਰੀ ਸੰਗਤ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਐਨੀ ਖੁਸ਼ ਅਤੇ ਪ੍ਰਸੰਨ ਹੋਈ ਸੰਗਤ, ਸਭ ਦੇ ਸਭ ਇੱਕਦਮ ਉੱਠ ਜਾਂਦੇ ਹਨ ਸਤਿਕਾਰ ਦੇ ਵਾਜੋ
ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਤੇ ਆ ਕੇ ਬਾਰੋ ਵਾਰੀ ਸਭ ਨਮਸਕਾਰਾਂ ਕਰਦੇ ਹਨ, ਮੱਥਾ ਟੇਕਦੇ ਹਨ। ਬੈਠਾ ਰੇ ਪੁਨ ਸਭਾ ਮਝਾਰੀ। ਤੇ ਇਸ ਤਰ੍ਹਾਂ ਦੇ ਨਾਲ ਜਦ ਸਾਰੀ ਸੰਗਤ ਨਮਸਕਾਰਾਂ ਕਰਦੀ ਹੈ, ਸਤਿਗੁਰਾਂ ਦੇ ਵਾਸਤੇ ਸੋਹਣਾ ਆਸਣ ਲਾਇਆ ਹੋਇਆ ਸੀ, ਸਤਿਗੁਰੂ ਬਿਰਾਜਮਾਨ ਹੁੰਦੇ ਹਨ ਅਤੇ ਸੰਗਤ ਹੀ ਅੱਗੇ ਫੇਰ ਸਵਾਏਮਾਨ ਹੋ ਜਾਂਦੀ ਹੈ। ਦੀਪ ਬਾਰ ਆਰਤੀ ਉਤਾਰੀ। ਤਾਂ ਸਤਿਗੁਰੂ ਮਹਾਰਾਜ ਜੀਆਂ ਦੀ ਆਰਤੀ ਕੀਤੀ। ਇਹਨਾਂ ਸਿੱਖ ਸੰਗਤਾਂ ਨੇ ਜੋ ਵੀ ਇਸ ਸਥਾਨ ਤੇ ਇਕੱਠੇ ਹੋਏ ਸਨ, ਸਤਿਗੁਰੂ ਮਹਾਰਾਜ ਜੀਆਂ ਦੀ ਯਾਦ ਦੇ ਵਿੱਚ ਬੈਠੇ ਸਨ। ਸਤਿਗੁਰੂ ਇਹਨਾਂ ਦੇ ਪਾਸ ਪਹੁੰਚੇ, ਬੜੇ ਖੁਸ਼ ਪ੍ਰਸੰਨ ਹੋਏ। ਸਭ ਨੇ ਮਿਲ ਕੇ ਸਤਿਗੁਰਾਂ ਦੀ ਆਰਤੀ ਉਤਾਰੀ ਬੜੀ ਖੁਸ਼ੀ ਦੇ ਨਾਲ। ਹੁਣ ਅੱਗੇ ਜਿਸ ਪ੍ਰਕਾਰ ਇਸ ਸਥਾਨ ਤੋਂ ਇੱਕ ਕਚਕੌਲ, ਇੱਕ ਬਰਤਨ ਕੜਾਹ ਪ੍ਰਸ਼ਾਦ ਦਾ ਭਰਾ ਕੇ ਸਤਿਗੁਰੂ ਮਹਾਰਾਜ ਬਗਦਾਦ ਸ਼ਹਿਰ ਤੋਂ ਬਾਰ-ਬਾਰ ਦਸਤਗੀਰ ਪੀਰ ਦੇ ਪਾਸ ਪਹੁੰਚਦੇ ਹਨ। ਪਹੁੰਚਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਹੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਦੀਪ ਬਾਰ ਆਰਤੀ ਉਤਾਰੀ। ਪੂਜਨ ਕੀਨ ਪ੍ਰਸੰਸ ਉਚਾਰੀ। ਦੀਪ ਬਾਰ ਆਰਤੀ ਉਤਾਰੀ। ਪੂਜਨ ਕੀਨ ਪ੍ਰਸੰਸ ਉਚਾਰੀ। हे अच्युत ये पार ब्रह्म अविनाशी अगन